Greetings to all in the name of Jesus. ਆਮੀਨ ਪ੍ਰੇਜ਼ ਦਾ ਲਾਰਡ। ਪ੍ਰਭੂ ਦੇ ਅਸੀਂ ਵਚਨ ਚੱਲਾਂਗੇ। We'll move to the word of God. ਦੁਨੀਆ ਦੇ ਅੰਦਰ ਪੂਰੇ ਸੰਸਾਰ ਦੇ ਅੰਦਰ ਲੋਕਾਂ ਨੇ ਕੱਲ 25 ਤਰੀਕ ਮਨਾਈ। In the whole world, yesterday 25th December ਪਰ was ਮੈਂ celebrated. ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ, But I want to tell you one thing. ਜਿਹੜੇ ਬਾਈਬਲ ਪੜ੍ਹਦੇ ਆ ਨਾ Those who read ਉਹ Bible, ਇਸ ਗੱਲ ਨੂੰ ਸਮਝਣ। they understand this thing. ਜਿਸ ਤਰ੍ਹਾਂ ਅਸੀਂ ਲੂਕਾ ਦੀ ਪੜ੍ਹਦੇ ਆ ਨਾ, The way we read the book of Luke, ਜਿਹੜੇ ਅਸੀਂ ਲੂਕਾ ਸੁਸਮਾਚਾਰ ਪੜ੍ਹਦੇ ਆ, when we read the book of ਉੱਥੇ Luke, ਇੱਕ ਬਹੁਤ ਅੱਛੀ ਗੱਲ ਲਿਖੀ, a beautiful thing is written there. ਬਹੁਤ ਅੱਛੀ ਗੱਲ। A beautiful thing. ਯਿਸੂ ਮਸੀਹ ਦਾ ਕੱਲ ਦਿਨ ਮਨਾਇਆ, Yesterday we celebrated the birth of the Lord ਬਾਈਬਲ Jesus. 'ਚ ਵੀ ਮਨਾਇਆ। In the Bible also it was ਉਹ celebrated ਯਹੂਦੀ ਲੋਕਾਂ ਦੇ ਤਿਉਹਾਰ ਦੇ ਮੁਤਾਬਕ। according to the festival of Jews. ਆਈਏ ਉਸ ਵਚਨ ਨੂੰ ਦੇਖਾਂਗੇ, Let's look at that verse. ਹਾਂਜੀ, ਉਸ ਕਲਾਮ ਨੂੰ ਦੇਖਾਂਗੇ। Let's look at that verse. ਇਹਨੂੰ ਹੁਣ ਪੜਾਂਗੇ ਆਪਾਂ ਲੂਕਾ ਤੇ ਸੁਸਮਾਚਾਰ। ਬਹੁਤ ਅੱਛੀ ਇੱਥੇ ਗੱਲ ਲਿਖੀ ਹੈ ਨਾ। ਹਾਂ, ਜਿਹੜਾ ਦਿਨ ਮਨਾਇਆ ਲੋਕਾਂ ਨੇ, ਉਹਦੇ 'ਚ ਇੱਕ ਗੱਲ ਬੜੀ ਅੱਛੀ ਮੈਨੂੰ ਨਜ਼ਰ ਆਈ। ਇਹਦੇ 'ਚ ਇੱਕ ਗੱਲ ਇਹਦੀ ਪੜ੍ਹੀਏ 41 ਹੈ, 2 ਚੈਪਟਰ ਦੀ 41 ਹੈ। Luke chapter 2 verse 41. ਹਾਂ ਪੜ੍ਹੀਏ। ਉਹਦੇ ਮਾਪੇ ਬਰੇ ਦੇ ਬਰੇ ਫਸਾਦ ਦੇ ਤਿਉਹਾਰ ਉੱਤੇ ਯਰੂਸ਼ਲਮ ਨੂੰ ਜਾਂਦੇ ਸਨ ਅੱਗੇ ਅਤੇ ਜਾਂ 12 ਵਰ੍ਹਿਆਂ ਦਾ ਹੋਇਆ ਤਾਂ ਉਹ ਤਿਉਹਾਰ ਦੀ ਰੀਤ ਅਨੁਸਾਰ ਗਏ ਅਤੇ ਉਹਨਾਂ ਦਿਨਾਂ ਨੂੰ ਪੂਰਾ ਕਰਕੇ ਜਦ ਮੁੜਨ ਲੱਗੇ ਤਦ ਉਹ ਬਾਲਕ ਯਿਸੂ ਯਰੂਸ਼ਲਮ ਵਿੱਚ ਰਹਿ ਗਿਆ। ਸੁਣੀਏ, ਜਿਵੇਂ ਕੱਲ 25 ਤਰੀਕ ਪੂਰੀ ਦੁਨੀਆ 'ਚ ਮਨਾਈ ਗਈ, ਕਈਆਂ ਨੇ ਨਹੀਂ ਵੀ ਮਨਾਇਆ ਕਿਉਂਕਿ ਉਹ ਦੱਸਦੇ ਆ ਕਿ ਇਹ ਦਿਨ ਜਿਹੜਾ ਮੂਰਤੀ ਪੂਜਾ ਆ। ਮੈਂ ਇਹਦੇ ਬਾਰੇ ਪੜ੍ਹਿਆ, ਇਹਦੇ ਬਾਰੇ ਪਰਮੇਸ਼ਰ ਦਾ ਇੱਕ ਸੰਤ ਹੋਇਆ ਬਰਨਾਮ, ਉਹਦੀ ਕਿਤਾਬ 'ਚ ਮੈਂ ਪੜ੍ਹਿਆ। ਉਹਦੇ ਜਿਹੜੇ ਚੇਲੇ ਨਾ, ਉਹਦੇ ਜਿਹੜੇ ਬੰਦੇ ਆ, ਉਹ ਇਹੀ ਗੱਲ ਸਿਖਾਉਂਦੇ ਬਰਨਾਮ ਦੇ। And the disciples of Branham, they teach this thing, ਯਿਸੂ ਦੇ ਚੇਲੇ ਨਹੀਂ, not the disciples of Jesus, ਇਹ ਵਿਲੀਅਮ ਬਰਨਾਮ ਦੇ ਚੇਲੇ। but William Branham's disciples teach this. ਉਹ ਉਹਨਾਂ ਦੀ ਟੀਚਿੰਗ ਹੈ, ਇਹ It is their doctrine, ਉਹਨਾਂ ਦੀ ਇਹ ਸਿੱਖਿਆ ਆ। it is their teaching. ਕੀ ਸਿੱਖਿਆ ਆ? What is that teaching? ਇੱਕ ਉਹਨਾਂ ਨੇ ਉਹਨੇ 2 ਵਿਅਕਤੀਆਂ ਦੇ ਨਾਮ ਲਿਖੇ। In his book, he has mentioned 2 names. ਉਹਨੂੰ ਮੈਂ ਕਾਫੀ ਡੀਪਲੀ ਪੜ੍ਹਿਆ। I read it in depth, ਉਹਨਾਂ ਨੇ ਇਸ ਗੱਲ ਤੇ ਲਿਖਿਆ, and he wrote about it. 25 ਤਰੀਕ ਕਦੋਂ ਸ਼ੁਰੂ ਹੋਇਆ। How did this 25th December started? ਉਹ ਉਸ ਬੰਦੇ ਦੇ ਵਿਅਕਤੀ ਦੇ ਨਾਮ ਤੇ ਔਰਤ ਦੇ ਨਾਮ ਤੇ ਜਿਹਦਾ ਜ਼ਿਕਰ ਕਰ ਰਿਹਾ ਵਿਲੀਅਮ ਬਰਨਾਮ, ਉਹ ਦਿਨ ਤੋਂ ਸ਼ੁਰੂ ਹੋਇਆ। 25 ਤਰੀਕ ਦਿਨ ਤੋਂ ਸ਼ੁਰੂ ਹੋਇਆ। And this book mentions like this day started with the name of 2 personalities, ਇਹ ਦਿਨ ਜਿਹੜਾ ਪ੍ਰਭੂ ਦੇ ਵਰਡ ਦਾ ਨਹੀਂ ਹੈ। and it doesn't belong to the ਉਹ ਜਿਹੜੀ ਤਾਲੀਮ ਲੋਕਾਂ ਦੇ ਅੰਦਰ ਆ ਗਈ, now people adopted this teaching ਲੋਕ ਉਹਨੂੰ ਮੰਨਣ ਲੱਗ ਗਏ। and people started believing it. ਮੈਂ ਗੱਲ ਪੁੱਛਾਂ ਤੁਹਾਨੂੰ, Shall I ask you one ਜਿਹੜੇ thing? ਤੁਹਾਨੂੰ ਕੋਈ 25 ਤਰੀਕ ਨਹੀਂ ਮਨਾਉਣੀ ਚਾਹੀਦੀ, ਕਿੱਥੇ ਲਿਖਿਆ? And when somebody says this 25th December shouldn't be celebrated, ਤੁਹਾਡੇ ਕੋਲ ਜਵਾਬ ਹੈਗਾ? do you have any answer? ਬਾਈਬਲ 'ਚ ਉੱਤਰ ਦੇਗਾ? Can somebody answer from the Bible? ਨਹੀਂ ਦੇ ਸਕਦੇ। Nobody can ਸੁਣ ਲੈਣਾ, answer. You may ਉਹਦੀ ਮੰਨ listen. ਲੈਣੀ। You, ਇਹ 'ਚ ਪਤਾ ਕੀ ਹੈ? ਇਹ ਕੀ ਗੱਲ ਆ? what is written here? ਜਿਵੇਂ ਹਵਾ ਤੇ ਆਦਮ ਨੇ ਗੱਲ ਮੰਨੀ, Like Adam and Eve obeyed, ਕੁਐਸਚਨ ਨਹੀਂ ਸੀ, ਜਵਾਬ ਕੋਈ ਨਹੀਂ ਸੀ, they didn't have any answer. ਉਹਦੀ ਗੱਲ ਮੰਨ ਲਈ They heard that enemy ਤੇ ਪਰਮੇਸ਼ਰ ਹੁਕਮ ਟੁੱਟ ਗਿਆ। and they disobeyed God. ਅੱਜ ਵੀ ਇਦਾਂ ਹੀ ਹੈ। Same thing happens ਜਿਹੜਾ today. ਤੁਹਾਡੇ ਅੰਗੇਸਟ ਬੋਲ ਰਿਹਾ ਆ, Somebody who speaks against, ਅਸੀਂ ਉਹਦੀ ਸੁਣ ਲਿੱਤੀ। will listen to that person. ਵਿਲੀਅਮ ਬਰਨਾਮ ਦਾ ਮੈਸੇਜ ਆ। And this is what William Branham says. ਇਹ ਮੈਂ ਇੱਕ ਦਿਨ ਤੁਹਾਨੂੰ ਬੁੱਕ 'ਚੋਂ ਪੜਾਉਂਗਾ, ਇੱਥੇ ਲਿਆ ਕੇ ਕਿਤਾਬ ਮੇਰੇ ਕੋਲ ਪਈ ਆ। ਉਹਨਾਂ ਨੇ ਇਹਦੇ ਬਾਰੇ ਵਿਸਤਾਰ ਨਾਲ ਲਿਖਿਆ। And very descriptive manner he has written about this topic. ਇਹ ਜਿਹੜੇ ਲੋਕ ਆ ਮੂਰਤੀ ਪੂਜਾ ਕਰਦੇ, ਜਿਹੜੇ 25 ਤਰੀਕ ਮਨਾਉਂਦੇ, Those who celebrate 25th December, they believe in idol worship. ਤੇ ਸੁਣਨ ਵਾਲੇ ਮੂਰਖ ਲੋਕ ਆ, And those foolish who listen to this, ਇਹ ਫੁਲਿਸ਼ ਮੈਨ ਹੀ ਹੈ। ਇਹ ਜਿਹੜੇ ਆਦਮੀ ਆ, ਇਹਨਾਂ ਦਾ ਦਿਮਾਗ ਕੰਮ ਨਹੀਂ ਕਰਦਾ। ਹਾਂ, their mind doesn't work. ਪਤਾ ਕਿਉਂ? You know why? ਇਹ ਬਾਈਬਲ ਨਹੀਂ ਪੜ੍ਹਦੇ, They don't read Bible ਲੋਕਾਂ ਦੀ ਸਿੱਖਿਆ ਲੈਂਦੇ। and they receive. ਜੇ ਤੁਸੀਂ ਖੁਦਾ ਦੀ ਸਿੱਖਿਆ ਲਓਗੇ, If you take the teaching ਤੇ of, ਮਨੁੱਖਾਂ ਦੀ ਸਿੱਖਿਆ, ਫੱਕੀ ਫਰੀਸਿਆਂ ਦੀ ਸਿੱਖਿਆ ਤੁਹਾਡੇ ਅੰਦਰ ਨਹੀਂ ਆਏਗੀ। and then the teachings of the Pharisees you ਮੈਂ want ਇੱਕ to ਗੱਲ know. ਪੁੱਛਾਂ, Shall I ask you one thing? ਮੈਨੂੰ ਇਹਦਾ ਕਈਆਂ ਦੀ ਬਹਿਸ ਹੋਈ ਆ। Many people debated ਉਹ with. ਕਹਿੰਦੇ ਬਾਈਬਲ 'ਚ ਕਿੱਥੇ ਲਿਖਿਆ? They asked me, where is it ਇਹ ਗੱਲ written? ਕਿੱਥੇ ਲਿਖੀ ਆ? Where is it mentioned? ਮੈਂ ਕਿਹਾ ਨਹੀਂ ਲਿਖੀ। I said it's not ਮੈਂ written. ਦੱਸਦਾ ਕੀ ਲਿਖਿਆ। I want to tell you what's written. ਮੈਂ ਕਿਹਾ ਬਾਈਬਲ 'ਚ ਇਹ ਗੱਲ ਮੰਨਦੇ ਹੋ ਕੀ ਲਿਖਿਆ ਹੈ? Do you believe one thing that is written? ਮੁਰਦਿਆਂ ਨੂੰ ਜਵਾਓ, Go and raise the dead ਪੌੜੀਆਂ ਨੂੰ ਸ਼ੁੱਧ ਕਰੋ, and heal the lepers, ਲੰਗੜਿਆਂ ਨੂੰ ਚੱਲੀ ਤਾਕਤ ਦਿਓ। and those who are lame, ਇਹਦੇ ਲਿਖਿਆ ਨਾ ਕਿੰਨਾ ਕੁਝ ਲਿਖਿਆ, ਇਹ ਕਰੋ। go and do these kind of ਇਹ ਵੀ things. ਨਹੀਂ ਹੁੰਦਾ ਇਹਨਾਂ ਕੋ।
You can't even do these ਜਿਹੜੇ things. ਫੱਕੀ ਫਰੀਸੀ ਬੜੇ ਪਏ ਨੇ ਕਹਿੰਦੇ ਤਲੀਮ ਨੇ, ਮੈਂ ਪੁੱਛਦਾ ਕਿ ਮੁਰਦਿਆਂ ਨੂੰ ਜੋ ਬਾਈਬਲ ਕਹਿੰਦੇ ਜਾਓ ਮੁਰਦਿਆਂ ਨੂੰ ਕੀ ਕਰੋ, ਕੋੜੀਆਂ ਨੂੰ ਸ਼ੁੱਧ ਕਰੋ, ਬਿਮਾਰਾਂ ਦੇ ਹੱਥ ਰੱਖੋ, ਦੁਸ਼ਟ ਆਤਮਾ ਨੂੰ ਕੱਢੋ। ਇਹ ਤਾਂ ਲਿਖਿਆ ਨਾ, ਜਿਹੜੀ ਮੈਂ ਤੁਹਾਨੂੰ ਕੋ ਨਹੀਂ ਲਿਖਿਆ, 25 ਨਹੀਂ ਲਿਖੀ, ਪਰ ਜਿਹੜਾ ਲਿਖਿਆ ਇਹ ਤਾਂ ਕਰੋ। ਕੋਈ ਜਵਾਬ ਨਹੀਂ। ਕਹਿੰਦੇ ਇਹ ਵਰਦਾਨ ਹੁੰਦੇ ਆ ਪਵਿੱਤਰ ਆਤਮਾ ਦੇ। ਮੈਂ ਕਿਹਾ ਠੀਕ ਆ, ਵਰਦਾਨ ਹੁੰਦੇ ਆ। ਤੇਰੇ ਅੰਦਰ ਕਿਹੜਾ ਹੈ? 25 ਤਰੀਕ ਵਾਲਾ, ਵਿਲੀਅਮ ਬਰਨਾਮ ਵਾਲਾ। ਮੈਂ ਦੱਸਣਾ ਚਾਹੁੰਦਾ ਬਾਈਬਲ ਦੀ ਤਾਲੀਮ ਚਾਹੀਦੀ ਆ। ਮੈਂ ਹਜ਼ਾਰਾਂ ਦੀ ਗਿਣਤੀ 'ਚ ਬੁੱਕਾਂ ਪੜ੍ਹੀਆਂ ਬੜੇ ਸੇਵਕਾਂ ਦੀਆਂ। ਮੈਨੂੰ ਪਤਾ ਕਿ ਤੁਹਾਡੀ ਜ਼ਿੰਦਗੀ ਕਿੰਨੀ ਕੀਮਤੀ ਆ। ਮੈਂ ਉਹਨਾਂ ਦੁਸ਼ਟਾਂ ਦੀਆਂ ਗੱਲਾਂ ਦੇ ਉੱਤੇ ਕਦੀ ਵਿਸ਼ਵਾਸ ਨਹੀਂ ਕਰਦਾ। ਮੈਂ ਦੁਸ਼ਟ ਕਰਨਾ ਨੂੰ, I call them evil and I don't believe what they say. ਉਹਨਾਂ ਦੀ ਗੱਲ ਹੀ ਮੰਨਣੀ, Don't believe them. ਬਾਈਬਲ ਦੀ ਗੱਲ ਮੰਨਣੀ। Listen to what Bible says. ਅਸੀਂ ਇਹ ਵੀ ਨਹੀਂ ਕਿ ਇੱਕ ਛੱਡ ਦਈਏ ਕਿ ਮੰਨ ਲਈਏ। It shouldn't happen. We should accept one and reject ਅਸੀਂ other. ਬਾਈਬਲ ਦੀਆਂ ਸਾਰੀਆਂ ਗੱਲਾਂ ਮੰਨਣੀਆਂ। We have to accept ਕੋਈ everything. ਜਵਾਬ ਹੈਗਾ ਆ, We have the answer ਨਹੀਂ ਮੰਨਦੇ ਅਸੀਂ 25 ਤਰੀਕ ਨੂੰ, that we don't believe. ਨਹੀਂ ਲਿਖਿਆ, It's not mentioned in the ਪਰ ਇਹ Bible. ਲਿਖਿਆ But is it written? ਮੁਰਦਿਆਂ ਨੂੰ ਜਵਾਓ, Go and raise dead. ਕੋੜੀਆਂ ਨੂੰ ਸ਼ੁੱਧ ਕਰੋ, Go and heal lepers ਅੰਨੇ ਦੀਆਂ ਅੱਖਾਂ ਖੋਲੋ, and give sight to the blind. ਇਹ ਕਰ। Go and do that. ਜਵਾਬ ਨਹੀਂ ਹੋਣਾ। They won't have answers. ਅੱਜ ਤੋਂ ਬਾਅਦ ਕੋ ਵੀਰ ਮੈਂ ਕਦੀ ਨਹੀਂ ਪਾਸ ਜੀ, ਕਦੀ ਵੀ ਨਹੀਂ ਮੈਂ ਅਟੈਂਡ ਕਰੂੰ 25 ਨੂੰ, ਪਰ ਤੂੰ ਇਹ ਕਰਨਾ ਸ਼ੁਰੂ ਕਰ। ਜਿੱਦਣ ਤੂੰ ਸ਼ੁਰੂ ਕਰ ਦੂੰਗਾ ਉਦੋਂ ਮੈਂ ਛੱਡ ਦੂੰਗਾ। And you tell that person, go and start doing the days. You start doing it, I'll ਚਲਾ leave this. ਜਾਊਗਾ ਵਾਪਸ, ਉਹਦੇ ਕੋ ਹੋਣਾ ਨਹੀਂ ਹੈ, ਉਹਦੇ ਕੋ ਹੋਣਾ ਨਹੀਂ ਹੈ। ਮੈਂ ਇੱਕ ਚੈਲੰਜ ਕੀਤਾ ਸੀ, ਮੈਂ ਚੈਲੰਜ ਕੀਤਾ ਉਹਨੂੰ ਜੀ ਸਾਲਿਆਂ ਨੂੰ ਕਰੀ, Once I challenged to only Jesus people. ਔਲੀ ਜਿਸ ਨੂੰ ਵਿਲੀਅਮ ਬਰਨਾਮ ਦੇ ਵਿਅਕਤੀਆਂ ਨੂੰ। ਪਤਾ ਕੀ ਕਿਹਾ ਮੈਨੂੰ ਉਹਨੇ ਕਿਹਾ, ਕਹਿੰਦੇ ਤੁਹਾਡਾ ਬਸਮਾ ਠੀਕ ਨਹੀਂ ਹੈ, ਤੁਹਾਡਾ ਬਸਮਾ ਠੀਕ ਨਹੀਂ। ਮੈਂ ਕਿ ਬੋਲੋ, ਕਹਿੰਦੇ ਤੁਹਾਡਾ ਬਸਮਾ ਹੀ ਗਲਤ। And they told me the baptism that you give is not right baptism. ਮੈਨੂੰ ਕਿਹਾ ਉਹਨਾਂ ਨੇ, They told me like that. ਪਰ ਉਹ ਮੇਰੀ ਤਸੱਲੀ ਨਹੀਂ ਕਰਾ ਸਕੇ, ਮੈਨੂੰ ਤਸੱਲੀ ਨਹੀਂ ਕਰਾ ਸਕੇ। But they could not, Satisfaction। they couldn't satisfy me. ਉਹਨਾਂ ਨੂੰ ਮੈਂ ਬਿਠਾਇਆ, ਇੱਕ ਉਹਨਾਂ ਨੇ ਬੜਾ ਇੱਕ ਦਿਨ ਬੰਦਾ ਅੰਮ੍ਰਿਤਸਰ ਤੋਂ ਮੰਗਾਇਆ, Once they call a person from ਬੜਾ Amritsar. ਪੜ੍ਹਿਆ ਲਿਖਿਆ ਆਦਮੀ ਸੀ। He was well educated man. ਉਹਨੇ ਸੋਚਿਆ ਕਿ ਮੈਂ ਜਿੰਨੀ ਅੰਗਰੇਜ਼ੀ ਜਾਣਦਾ ਆ ਤੇ ਸ਼ਾਇਦ ਜਿੰਨੀ ਮੈਂ ਬਾਈਬਲ ਪੜ੍ਹੀ ਤੇ ਇਸ ਪਾਸਟਰ ਨੂੰ ਪਤਾ ਹੀ ਕੁਛ ਨਹੀਂ ਹੈ। And he was under this impression that I know more than this pastor. ਮੇਰੇ ਘਰ ਆਇਆ, He visited my house. ਮੇਰੇ ਨਾਲ ਬਹਿ ਕੇ ਗੱਲ ਕੀਤੀ, He sat with me and talked. ਬਾਈਬਲ ਦੀਆਂ ਗੱਲਾਂ ਕੀਤੀਆਂ। We talked from Bible. ਮੈਂ ਉਹਦੀ ਸਾਰੀਆਂ ਗੱਲਾਂ ਯਾਦ ਤੇ। I remember what he said. ਮੈਂ ਕਿਹਾ ਮੈਂ ਤੁਹਾਡੇ ਵਿਲੀਅਮ ਬਰਨਾਮ ਦੇ ਕਰਕੇ ਮੈਂ ਬਸਮਾ ਲੈ ਲੈਣਾ ਜਿਹੜੀ ਬਾਈਬਲ 'ਚ ਗੱਲ ਲਿਖੀ ਹੈ। And I told him I can take the baptism according to what William Branham says. ਇੱਕ ਸ਼ਰਤ ਆ, But provided that, ਇੱਕ ਸ਼ਰਤ ਆ। on one condition. ਕਹਿੰਦੇ ਬੋਲੋ। And he asked me what? ਮੈਂ ਕਿਹਾ ਤੁਸੀਂ ਅੰਮ੍ਰਿਤਸਰ 10,000 ਆਦਮੀ ਇਕੱਠਾ ਕਰੋ। I asked him to gather 10,000 people in Amritsar. ਕਹਿੰਦੇ ਕਿਉਂ? And he asked me why. ਮੈਂ ਕਿਹਾ ਮੈਂ ਪ੍ਰੇ ਕਰੂੰਗਾ I said I would pray ਜੇ ਮੇਰੇ ਹੱਥ ਰੱਖਣ ਨਾਲ if by laying my hand ਬਾਈਬਲ ਦੇ ਮੁਤਾਬਕ according to the word of God, ਬਿਮਾਰ ਚੰਗੇ ਹੋ ਗਏ, if sick get healed ਬਦਰੂਹਾਂ ਨਿਕਲ ਗਈਆਂ। and the evil spirits departed. ਮੈਂ ਇਦਾਂ ਦੇ ਕਈ ਚੈਲੰਜ ਕੀਤੇ I challenged him. ਤੇ ਤੁਹਾਨੂੰ ਮੇਰੇ ਕੋਲ ਬਸਮਾ ਲੈਣਾ ਪਊਗਾ। Then you had to take baptism from me. ਜੇ ਮੇਰੇ ਕੋਲ ਨਾ ਹੋਇਆ And if I couldn't do that, ਮੈਂ ਇੱਥੇ 10,000 ਬੰਦਾ ਇਕੱਠਾ ਕਰੂੰਗਾ, I'll gather 10,000 people here. ਤੁਸੀਂ ਦੁਆ ਕਰਨੀ ਹੈ, Then you would pray. ਪਵਿੱਤਰ ਆਤਮਾ ਉਤਰਨਾ ਚਾਹੀਦਾ, And the Holy Spirit had to descend. ਹੀਲਿੰਗ ਹੋਣੀ ਚਾਹੀਦੀ ਹੈ, And the healing had to be done. ਲੋਕਾਂ ਨੂੰ ਚੱਲਣੀ ਬਲ ਮਿਲਣਾ ਚਾਹੀਦਾ ਹੈ। And people had to go according to Bible. ਇਹ ਗੱਲ ਕਹੀ, I told him this thing. ਉਹ ਡਰ ਗਿਆ, And he got scared. ਕਹਿੰਦਾ ਇਹ ਤਾਂ ਬਹੁਤ ਗਲਤ ਗੱਲ ਆ। He said it's a wrong thing. ਮੈਂ ਕਿਹਾ ਕਿਉਂ? I asked why. ਯਿਸੂ ਮਸੀਹ ਨੇ ਕਰਨਾ, Jesus had to do. ਇਹ ਤਾਂ ਗੱਲ ਲਿਖੀ ਹੈ ਨਾ। It is written. ਏਲੀਆ ਨੇ ਹੀ ਗੱਲ ਕਹੀ। This is what Elijah said. ਤੁਹਾਨੂੰ ਪਤਾ ਵਿਲੀਅਮ ਬਰਨਾਮ ਦੇ ਲੋਕ ਏਲੀਆ ਨੂੰ ਕੀ ਕਹਿੰਦੇ ਆ? Do you know what do the ਵਿਲੀਅਮ ਬਰਨਾਮ ਨੂੰ ਲੋਕ ਏਲੀਆ ਦੇ ਆਤਮਾ 'ਚ ਜਿਹਨੇ ਆਣਾ ਸੀ ਨਾ, ਏਲੀਆ ਨੇ ਆਣਾ ਆ, ਉਹ ਏਲੀਆ ਆ ਚੁੱਕਾ ਹੈ। And William Branham's disciples say that the Elijah have already come. ਉਹ ਭਵਿੱਖਤਾ ਨੂੰ ਮੰਨਦੇ ਸੀ ਕਿ ਏਲੀਆ ਦਾ ਆਤਮਾ ਵਿਲੀਅਮ ਬਰਨਾਮ ਦੇ ਅੰਦਰ ਆ। And their teaching is that the spirit of Elijah is on William Branham. ਉਹਨਾਂ ਦੀ ਉਹਨਾਂ ਦਾ ਉਹਨੂੰ ਸਟੱਡੀ ਜਿਹੜੀ ਬਾਈਬਲ ਦਿੱਤੀ ਜਾਂਦੀ ਇਸ ਤਰੀਕੇ, ਉਹ ਵਿਲੀਅਮ ਬਰਨਾਮ ਨੂੰ ਏਲੀਆ ਦਾ ਆਤਮਾ ਦੇ ਵਿੱਚ ਸਮਝਦੇ ਕਿ ਉਹ ਏਲੀਆ ਦੇ ਆਤਮਾ 'ਚ ਆਣਾ ਨਹੀਂ, ਆ ਚੁੱਕਾ ਹੈ। And they consider William Branham as Elijah. ਮੈਂ ਉਹਦੇ ਬਾਰੇ ਸਟੱਡੀ ਕੀਤੀ ਹੈ, I have studied about him. ਮੈਂ ਉਹਨੂੰ ਜਵਾਬ ਦਿੱਤਾ, And I answered him, ਇਦਾਂ ਕਰਦੇ ਆ let's do this. ਜਿਸ ਏਲੀਆ ਦੀ ਤੁਸੀਂ ਗੱਲ ਕਰਦੇ ਆ, The Elijah you talk about, ਤੁਹਾਨੂੰ ਪਤਾ ਕੀ ਹੋਇਆ? do you know what happened? ਏਲੀਆ ਨੇ ਇੱਕ ਵਾਰੀ ਕਿਹਾ And Elijah said it once. ਪਰਮੇਸ਼ਰ ਉਹੀ ਹੋਵੇ
Lord, let that thing happen. ਜਿਹੜਾ ਅੱਗ ਨਾਲ ਜਵਾਬ ਦੇਵੇ The one who answers ਤੇ with ਮੈਂ ਇਹ fire. ਕਰਨਾ ਆ And the same thing I say, ਜਿਹਦੇ ਨਾਲ ਪਰਮੇਸ਼ਰ ਹੋਊਗਾ, the one with whom God lives, ਜਿਹਦੇ ਨਾਲ ਖੁਦਾ ਹੋਏਗਾ, with whom God ਜਿਹਦੇ dwells, ਨਾਲ ਅਚਾਰੇ ਕਰਮ ਜ਼ਿਆਦਾ ਹੋਣਗੇ, and with whom more wonders take place, ਉਹਦੇ ਨਾਲ ਖੁਦਾ ਹੋਏਗਾ। and the God would dwell with ਇਹ him. ਗੱਲ ਪਤਾ ਕਿੰਨੇ ਕਹੀ? Do you know who said that? ਵੀ ਉਹਨਾਂ ਦੇ ਜਿਨ੍ਹਾਂ ਦੀ ਵਿਲੀਅਮ ਬ੍ਰਾਹਮ ਦੀ ਕਿਤਾਬ ਪੜ੍ਹਦੇ ਉਹਨਾਂ ਨੇ ਇਹ ਗੱਲ ਕਹੀ ਹੈ। And those who read William Branham, ਉਹਨੇ there, ਆਪਣੀ ਪੁਸਤਕ 'ਚ ਤਾਂ ਲਿਖਿਆ, he mentioned this in the book. ਸੱਚੇ ਚਰਚ ਦੇ ਅੰਦਰ In a true spirit, ਪਵਿੱਤਰ ਆਤਮਾ ਉਤਰੇਗਾ। in the true church, ਸੱਚੀ ਕਲੀਸਿਆ ਦੇ ਅੰਦਰ in the true church, ਹੀਲਿੰਗ ਹੋਏਗੀ, healings will take place. ਬਦਰੂਆਂ ਨਿਕਲਣਗੀਆਂ, Evil spirits will ਬਿਮਾਰ depart. ਚੰਗੇ ਹੋਣਗੇ, Sick will be healed. ਦਰਸ਼ਨ ਦੇਗਾ ਖੁਦਾ, And God will show vision. ਭਵਿੱਖਬਾਣੀ ਹੋਵੇਗੀ। There will be prophecies. ਮੈਂ ਉਹਦੀ ਸਾਰੀ ਕਿਤਾਬਾਂ ਪੜ੍ਹੀਆਂ, I read all his books. ਮੈਂ ਉਹਨੂੰ ਇਸ ਗੱਲ ਹੀ ਫਸਾ ਲਿਆ। And then I trapped him this way. ਮੈਂ ਕਿਹਾ ਕੀ ਤੁਹਾਡੇ ਨਾਲ ਹੁੰਦਾ ਹੈ? I asked him, does it happen to you? ਕਹਿੰਦੇ ਤੁਹਾਡੀ ਸ਼ਰਤ ਨਹੀਂ ਠੀਕ। He said, your condition is not ਮੈਂ ਕਿਹਾ right. ਮੈਂ ਏਲੀਆ ਦੇ ਖੁਦਾ ਦੀ ਗੱਲ ਕਰ ਰਿਹਾ, I said, I talked about the God ਜਿਹਨੂੰ of, ਤੁਸੀਂ ਕਹਿੰਦੇ ਕਿ ਏਲੀਆ ਦੀ ਆਤਮਾ ਚ ਆਇਆ। to whom you say that ਉਹਨਾਂ ਦੀ ਪੁਸਤਕ ਦੀ ਗੱਲ ਆ, ਉਹਨਾਂ ਦੀ ਪੁਸਤਕ 'ਚ ਗੱਲ ਲਿਖੀ ਹੈ, it is mentioned in his ਮੈਂ book. ਪੜ੍ਹੀ ਆ। I have read it. ਉਹ ਬੋਲ ਨਹੀਂ ਸਕਦੇ ਸੀ He couldn't answer ਕਿਉਂਕਿ ਉਹਨਾਂ ਨੇ ਵੀ ਪੜ੍ਹਿਆ। because he did read. ਮੈਂ ਤੁਹਾਨੂੰ ਚੈਲੰਜ ਨਾ ਕਰਨਾ, I want to challenge you. ਇਹ ਕਈ ਵਾਰੀ ਲੋਕਾਂ ਦੇ, ਕਈ ਵਾਰੀ ਤੁਹਾਨੂੰ ਪਤਾ ਇਹ ਲੋਕ ਕੁਝ ਵੀ ਨਹੀਂ ਹੁੰਦੇ, ਲੋਕ Sometimes these people are ਇਹਨਾਂ 'ਚ nothing. ਦੁਸ਼ਟ ਆਤਮਾ ਹੁੰਦੀਆਂ, They have evil spirits ਤੁਹਾਡੇ ਪੈਰਾਂ ਨੂੰ ਖਾੜਦੀਆਂ ਹਨ। and they just trap you. ਜਿਹੜਾ ਆਦਮੀ ਵਚਨ ਤੇ ਖੜਾ ਆ, The one who firmly stands, ਵਿਸ਼ਵਾਸ 'ਚ ਖੜਾ ਆ, who stands in ਉਹ faith, ਚੈਲੰਜ ਦੀਆਂ ਗੱਲਾਂ ਕਰਦਾ ਹੈ। and he gives challenge. ਉਹ ਵਿਅਕਤੀ ਚਲੇ ਗਏ। ਉਹ ਜਿਹੜੇ ਵਿਅਕਤੀ ਮੈਨੂੰ ਆਏ ਸੀ, ਮੈਨੇ ਸਵਾਲ ਕਰਨ ਔਨ ਜਿਸ ਦੇ ਉਹ ਫਿਨਿਸ਼ ਹੋ ਗਏ। And those people who came to inquire me, they left. ਇਹ ਚੈਲੰਜ ਵਾਲੀ ਗੱਲ ਆ। This is the challenging thing. ਇੱਕ ਬੰਨੇ ਤੁਸੀਂ ਹੱਥ ਰੱਖੋ, ਇੱਕ ਬੰਨੇ ਮੈਂ ਲੋਕਾਂ ਤੇ ਹੱਥ ਰੱਖਦਾ। One side you lay your hand, the other side ਜਿਹਦੇ I. ਨਾਲ ਖੁਦਾ ਕੰਮ ਕਰੇਗਾ, And whose God works, ਉਹਦੇ ਨਾਲ ਯਿਸੂ ਹੋਵੇਗਾ। with whom God will be. ਮੇਰਾ ਤਾਂ ਬਸਮਾ ਗਲਤ ਆ, My baptism is wrong, ਤੇਰਾ ਤਾਂ ਬਸਮਾ ਭਾਜੀ ਠੀਕ ਆ। ਮੈਂ ਕਿਹਾ but brother, your baptism is ਜੇ right. ਤੇਰੇ ਬਸਮੇ ਨਾਲ ਕੋਈ ਕੰਮ ਹੀ ਨਹੀਂ ਹੁੰਦਾ But if nothing happens with your baptism, ਤੇ ਤੇਰੇ ਬਸਮੇ ਦਾ ਲਿੱਤੇ ਦਾ ਕੀ ਫਾਇਦਾ? then what's the benefit of your ਜਿਹੜਾ baptism? ਬਸਮਾ ਮੈਂ ਲਿੱਤਾ, ਅੱਗ ਦਾ ਬਸਮਾ, But the baptism of fire ਉਹਦੇ that I ਨਾਲ have, ਚਮਤਕਾਰ ਹੋਣਗੇ, miracles will happen with ਉਹਦੇ that, ਨਾਲ ਚਾਰੇ ਕਰਮ ਹੋਣਗੇ। and the wonders will happen. ਇਹ ਬਾਈਬਲ ਦੀ ਗੱਲ ਆ। This is according to Bible. ਇਦਾਂ ਦੇ ਚੈਲੰਜ ਮੈਂ ਕੀਤੇ, This is the challenge I gave. ਇੱਕ ਜਗ੍ਹਾ ਨਹੀਂ ਕੀਤੇ, Not just one ਮੈਂ place, ਕਿੰਨੀ ਜਗ੍ਹਾ ਕੀਤੇ ਆ। to many places. ਪਤਾ ਕਿਉਂ ਕੀਤੇ ਆ? You know why? ਇਹਨਾਂ ਲੋਕਾਂ ਕੋ ਹੈ ਹੀ ਕੁਛ ਨਹੀਂ, Because they don't ਇਸ ਤਰ੍ਹਾਂ have, ਸ਼ਬਦਾਂ ਨਾਲ ਕਰਦੇ ਹਨ। they just work with their words. ਇਹ ਗੱਲ ਮੈਨੂੰ ਜਿਹੜੀ ਆ ਮੈਂ ਸਿੱਖੀ ਆਪਣੀ ਲਾਈਫ 'ਚ। I have learned it in my life. ਇਦਾਂ ਦਾ ਚੈਲੰਜ ਕਿਆ ਕਰੋ ਨਾ, ਇਦਾਂ ਵਿਸ਼ਵਾਸ ਦੀ ਗੱਲ ਕਰਿਆ ਕਰੋ, ਲੋਕਾਂ ਠੋਸ ਕਿ ਤੂੰ ਦੱਸ ਮੈਨੂੰ, ਨਹੀਂ ਤਾਂ ਤੂੰ ਲੈ ਕੇ ਤੈਨੂੰ ਦਿਖਾਣੇ ਆ। ਇਦਾਂ ਦੀ ਗੱਲਾਂ ਕਰਿਆ ਕਰੋ ਵਿਸ਼ਵਾਸ ਦੀਆਂ। ਜਿਹੜੇ ਵਿਸ਼ਵਾਸ ਦੀਆਂ ਗੱਲਾਂ ਕਰੋਗੇ ਤੇ ਵਿਸ਼ਵਾਸ ਤੇ ਲੋਕਾਂ ਦੇ ਵਿੱਚ ਪੈਦਾ ਕਰ ਦੋਗੇ ਤੇ ਅਚਾਰੇ ਕਰਮ ਦੇਖੋਗੇ ਲੋਕਾਂ ਦੇ। ਇਹਨੂੰ ਖਿਆਲ ਨਾਲ ਸੁਣਿਆ, ਜਿਹੜੀ ਮਤਲਬ ਯਿਸੂ ਮਸੀਹ ਦੇ ਮਾਂ-ਬਾਪ, ਯਿਸੂ ਮਸੀਹ ਦੇ ਮੰਮੀ ਡੈਡੀ ਤਿਉਹਾਰ ਮਨਾਉਣ ਗਏ, ਹਾਂਜੀ, ਉੱਥੇ ਪਤਾ ਕੀ ਕੀਤਾ? ਪ੍ਰਭੂ ਯਿਸੂ ਮਸੀਹ ਨੂੰ ਉੱਥੇ ਹੀ ਛੱਡ ਆਏ। ਆਪ ਐਡੀ ਭੀੜ ਵਿੱਚ ਭੁੱਲ ਹੀ ਗਏ ਮਾਂ-ਬਾਪ। ਇਸ ਤਰ੍ਹਾਂ ਹੀ ਹੋਇਆ, ਇਸ ਤਰ੍ਹਾਂ ਹੋਇਆ। ਇਹਨੂੰ ਫਿਰ ਇਸ ਲਾਈਨ ਨੂੰ ਅਸੀਂ ਪੜਾਂਗੇ, ਬੜੀ ਅੱਛੀ ਲਾਈਨ ਹੈ। ਕੀ ਹੋਇਆ? ਪੜ੍ਹੀਏ 2 ਅਧਿਆਏ ਉਹਦੀ 41 ਫਿਰ ਪੜ੍ਹੀਏ। ਉਹਦੇ ਮਾਪੇ ਵਰੇ ਦੇ ਵਰੇ ਪਸਾਹ ਦੇ ਤਿਉਹਾਰ ਉੱਤੇ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ। ਹਾਂ, ਅਤੇ ਜਦੋਂ 12 ਵਰਿਆਂ ਦਾ ਹੋਇਆ ਜਦ ਪ੍ਰਭੂ ਯਿਸੂ ਮਸੀਹ ਕਿੰਨੇ ਸਾਲ ਦੇ ਹੋਏ? 12 ਵਰੇ 12 ਸਾਲ ਦੇ ਹੋਏ ਤਾਂ ਉਹ ਤਿਉਹਾਰ ਦੀ ਰੀਤ ਅਨੁਸਾਰ ਗਏ। ਤਿਉਹਾਰ ਦੀ, ਜਿਵੇਂ ਕੱਲ ਸਾਡਾ ਅਸੀਂ ਤਿਉਹਾਰ ਟਾਈਪ ਨੂੰ ਮਨਾਇਆ, ਰੀਤੀ ਰਿਵਾਜ ਹੀ ਮਨਾਇਆ, ਇਦਾਂ ਹੋ ਗਏ। ਅਤੇ 12 ਉਹਨਾਂ ਸਾਲ ਦੇ ਦਿਨਾਂ ਤੇ ਨੂੰ- ਯਿਸੂ ਮਸੀਹ ਨੂੰ ਕਿੱਥੇ ਛੱਡ ਆਏ? ਹਾਂ, ਅਤੇ ਉਹਨਾਂ ਦਿਨਾਂ ਨੂੰ ਪੂਰਾ ਕਰਕੇ ਹਾਂ। ਜਦ ਮੁੜਨ ਲੱਗੇ ਤਦ ਉਹ ਬਾਲਕ ਯਿਸੂ ਯਰੂਸ਼ਲਮ ਵਿੱਚ ਰਹਿ ਗਿਆ। ਹਾਂ। ਪਰ ਉਹਦੇ ਮਾਪਿਆਂ ਨੇ ਮਾਲੂਮ ਨਾ ਸੀ, ਪਰ ਇਹ ਸਮਝ ਕੇ ਭਈ ਉਹ ਕਾਫਲੇ ਵਿੱਚ ਹੈ, ਉਹ ਇੱਕ ਮੰਜ਼ਲ ਇਦਾਂ ਗਏ। ਲੱਗਾ ਕਿ ਸ਼ਾਇਦ ਉਹ ਕਾਫਲੇ ਵਿੱਚ ਹੋਏਗਾ। ਜਦ ਆਪਾਂ ਕਹ ਲਓ ਕਿ ਟਰੈਲੀਆਂ ਗਈਆਂ ਸ਼ੋਭਾ ਯਾਤਰਾ 'ਚ, ਆਪਾਂ ਦੱਸੋ ਕਿ ਸਾਡਾ ਬੱਚਾ ਸ਼ਾਇਦ ਉਹ ਟਰੈਲੀ 'ਚ ਅੱਗੇ ਕਿਤੇ ਬਹਿ ਗਿਆ ਹੈ ਨਾ, ਇਦਾਂ ਇਹ ਭੁੱਲ ਗਏ ਉੱਥੇ। ਇਹਨੂੰ ਸੋ ਕਾਫਲੇ ਵਿੱਚ ਹੋਵੇਗਾ। ਔਰ ਫਿਰ ਤਦ ਉਹਨੂੰ ਸਾਕਾਂ ਅਤੇ ਜਾਣ ਪਛਾਣਾਂ ਵਿੱਚ ਭਾਲਿਆ। ਕਿੱਥੇ ਲੱਭਿਆ? ਸਾਕਾਂ ਅਤੇ ਜਾਣ ਪਛਾਣਾਂ 'ਚ ਲੱਭਿਆ। ਔਰ ਫਿਰ ਔਰ ਜਦ ਉਹ ਨਾ ਲੱਭਾ ਜਦ ਉਹ ਨਹੀਂ ਲੱਭਾ, ਤਦ ਉਹਦੀ ਭਾਲ ਵਿੱਚ ਯਰੂਸ਼ਲਮ ਨੂੰ ਮੁੜੇ। ਜਿਲੇ ਨਹੀਂ ਕਿਤੇ ਮਿਲਿਆ ਕਿ ਚਾਚੇ ਤਾਏ ਦੇ ਘਰ ਚਲਾ ਗਿਆ ਹੋਊਗਾ, ਭੂਆ ਨਾਲ ਕਿਤੇ ਹੱਥ ਫੜ ਕੇ ਨਿਕਲ ਗਿਆ ਹੋਊਗਾ। ਜਿਲੇ ਨਹੀਂ ਲੱਭਾ ਤੇ ਫਿਰ ਕਿੱਥੇ ਗਏ? ਫਿਰ ਵਾਪਸ ਯਰੂਸ਼ਲਮ 'ਚ ਗਏ। ਔਰ ਫਿਰ ਅਤੇ ਇਉਂ ਹੋਇਆ ਇਹ ਹੋਇਆ ਜੋ ਉਹਨਾਂ ਨੇ 3 ਦਿਨਾਂ ਪਿੱਛੋਂ ਹਾਂ ਉਹਨੂੰ ਹੈਕਲ ਵਿੱਚ ਗੁਰੂਆਂ ਦੇ ਵਿਚਕਾਰ ਬੈਠਿਆਂ
ਉਹਨਾਂ ਦੀ ਸੁਣਦਿਆਂ ਅਤੇ ਉਹਨਾਂ ਤੋਂ ਪ੍ਰਸ਼ਨ ਕਰਦਿਆਂ ਲੱਭਾ। 3 ਦਿਨਾਂ ਦੇ ਪਿੱਛੋਂ ਫਿਰ ਗਏ ਤੇ ਪ੍ਰਭੂ ਯਿਸੂ ਮਸੀਹ ਨੂੰ 12 ਸਾਲ ਦੀ ਉਮਰ ਵਿੱਚ ਬੜੇ ਬੜੇ ਵਿਦਵਾਨਾਂ ਦੇ ਨਾਲ ਗੱਲਾਂ ਕਰਦੇ ਵੇਖਿਆ। ਔਰ ਕੀ ਕਿਹਾ? ਅਤੇ ਸਾਰੇ ਸੁਣਨ ਵਾਲੇ ਹਾਂ, ਉਹਦੀ ਸਮਝ ਅਤੇ ਉਹਦੇ ਉੱਤਰਾਂ ਤੋਂ ਹੈਰਾਨ ਹੋਏ। ਅਸੀਂ 12 ਸਾਲ ਦੇ ਬੱਚੇ ਨੂੰ ਕਹਿੰਦੇ ਯਾਰ ਹਲੇ ਤਾਂ ਨਿਆਣਾ ਹੀ ਆ, 15 ਸਾਲ ਦਾ ਵੀ ਨਿਆਣਾ ਸਾਡਾ ਬੱਚਾ, 18 ਸਾਲਾਂ ਦੇ ਵੀ ਚਲੋ ਸਮਝ ਜਾਊਗਾ, ਹਲਕੀ ਉਮਰ। ਇਹ ਸਾਡੀ ਸਭ ਤੋਂ ਵੱਡੀ ਬੇਵਕੂਫੀ ਹੈ, ਸਭ ਤੋਂ ਬੜੀ ਬੇਵਕੂਫੀ। ਸਾਡੇ ਬੱਚੇ ਕਿੰਨੀ ਕਿੰਨੀ ਉਮਰ ਦੇ ਕਹਿੰਦੇ ਨਿਆਣਾ ਯਾਰ ਚਲੋ ਆਪੇ ਅਕਲ ਆ ਜਾਣੀ, ਫਿਰ ਉਹਦਾ ਵਿਆਹ ਕਰ ਦਿੰਦੇ, ਕਹਿੰਦੇ ਕੋਈ ਨੂੰ ਵਿਆਹ ਕਰ ਦਿਓ, ਵਿਆਹ ਕਰਾ ਕੇ ਅਕਲ ਆ ਜਾਣੀ। ਕਿੱਥੇ ਆਉਂਦੀ ਇਹਨਾਂ ਨੂੰ? ਮੈਂ ਤਾਂ ਬਹੁਤਿਆਂ ਨੂੰ ਵੇਖਿਆ ਕਹਿੰਦੇ ਵਿਆਹ ਕਰਾ ਕੇ ਕਾਕਾ ਤੈਨੂੰ ਅਕਲ ਆ ਜਾਣੀ ਹੈ। ਮੈਂ ਕਹਿੰਦਾ ਉਹਨੂੰ ਕਦੇ ਵੀ ਨਹੀਂ ਆਣੀ। ਮੈਂ ਤਾਂ ਦੇਖਿਆ ਆਪਣੇ ਲਾਈਫ 'ਚ, ਵਿਆਹ ਕਰਾ ਕੇ ਕੀ ਉਹਨੂੰ ਕਦੀ ਆਣੀ ਨਹੀਂ। ਇਹਨਾਂ ਨੂੰ ਖਿਆਲ ਨਾਲ ਸੁਣੀਏ, ਇਹ ਤਾਂ ਉਹਦਾ ਅਨੁਗ੍ਰਹ ਆ ਜਿਹਨੂੰ ਕਿਸੇ ਨੂੰ ਅਕਲ ਆ ਜਾਵੇ। ਇਹ ਵੀ ਨੋਟ ਕਰੀਏ। ਤੁਹਾਨੂੰ ਪਤਾ ਇੱਕ ਤਸਵੀਰ ਔਰ ਪੜਾਂਗੇ ਨਹੀਂ, 17 ਸਾਲ ਦਾ ਯੂਸਫ ਸੀ, ਜ਼ਿਆਦਾ ਉਮਰ ਸੀ, ਦਰਸ਼ਨ ਦੇਖਦਾ ਸੀ 17 ਸਾਲ ਦੀ ਉਮਰ 'ਚ। ਬੜੇ ਬੜਿਆਂ ਨੂੰ ਉਹਨੇ ਹਲਾਕ ਰੱਖਤਾ ਯੂਸਫ ਨੇ। ਉਹਦਾ ਦਰਸ਼ਨ ਕੋਈ ਵੀ ਝੂਠਾ ਨਹੀਂ ਸੀ, ਹਰ ਦਰਸ਼ਨ 'ਚ ਆਸ਼ੀ ਸੀ। ਉਹਨੂੰ ਅਸੀਂ ਕੀ ਕਹਾਂਗੇ? ਨਿਆਣਾ ਹੈ। ਸਾਡੇ ਬੱਚੇ ਕਿੰਨੀ ਕਿੰਨੀ ਉਮਰ ਦੇ ਹੋ ਗਏ ਆ, ਕਦੀ ਨਹੀਂ ਆਉਂਦਾ ਅਸੀਂ ਕਹਿੰਦੇ ਨਿਆਣਾ ਹੈ। ਅਸੀਂ ਕਹਿੰਦੇ ਹਾਂ, ਅਸੀਂ ਖੁਦ ਕਹਿੰਦੇ ਨਿਆਣਾ ਆ। ਸਾਡੇ ਬੱਚੇ 25 28 30 ਇੰਝ ਅਸੀਂ ਕਹਿੰਦੇ ਚਲੋ ਕੋਈ ਨਹੀਂ ਨਿਆਣਾ। 17 ਸਾਲ ਦਾ ਯੂਸਫ ਪਰਮੇਸ਼ਰ ਤੋਂ ਪੁੱਛਦਾ ਸੀ ਤੇ ਦੱਸਦਾ ਹੈ। ਇਹ 12 ਸਾਲ ਦਾ ਯਿਸੂ ਸੀ, 12 ਸਾਲ ਦੀ ਉਮਰ 'ਚ ਬੜੇ ਬੜੇ ਵਿਦਵਾਨਾਂ ਨੂੰ ਹੈਰਾਨ ਕਰਤਾ। ਔਰ ਪੜ੍ਹੀ ਕੀ ਲਿਖਿਆ? ਤਦ ਉਹਨੂੰ ਵੇਖ ਕੇ ਅਚਰਜ ਹੋਏ। ਹਾਂ, ਅਤੇ ਉਹਦੀ ਮਾਤਾ ਨੇ ਉਹਨੂੰ ਆਖਿਆ, ਪੁੱਤਰ ਤੈਂ ਸਾਡੇ ਨਾਲ ਇਹ ਕੀ ਕੀਤਾ? ਹਾਂ, ਵੇਖ ਤੇਰਾ ਪਿਤਾ ਅਤੇ ਮੈਂ ਕਲਪਦੇ ਹੋਏ ਤੈਨੂੰ ਲੱਭਦੇ ਫਿਰੇ। ਉਸਨੇ ਉਹਨਾਂ ਨੂੰ ਆਖਿਆ, ਕਾਹਨੂੰ ਤੁਸੀਂ ਮੈਨੂੰ ਲੱਭਦੇ ਸਾਓ? ਭਲਾ ਤੁਸੀਂ ਨਹੀਂ ਜਾਣਦੇ ਸਾਓ ਭਈ ਮੈਨੂੰ ਚਾਹੀਦਾ ਹੈ ਜੋ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗਾ ਰਹਾ। ਸੁਣੀਏ, ਇਹ 12 ਸਾਲ ਦੀ ਉਮਰ 'ਚ ਹੀ ਕਹਿੰਦਾ ਮੈਂ ਆਪਣੇ ਬਾਪ ਦੀ ਇੱਛਾ ਨੂੰ ਪੂਰਾ ਕਰਾਂ। ਇਹ ਬਹੁਤ ਅੱਛੀ ਗੱਲ ਹੈ। ਮੈਂ ਔਰ ਕਿਤਾਬ ਪੜ੍ਹੀ ਸੀ, ਉਹਦੇ 'ਚ ਲਿਖਿਆ ਛੋਟੇ ਸੇਵਕ ਦਾ ਨਾਮ ਮੈਨੂੰ ਭੁੱਲ ਗਿਆ, ਉਹ ਵੀ ਹਲਕੀ ਉਮਰ ਦਾ ਸੀ। ਖੁਦਾ ਨੇ ਉਹਨੂੰ ਬਚਪਨ ਦਰਸ਼ਨ ਦੇ ਕੇ ਚੁਣਿਆ। ਉਹ ਸੜਕ 'ਤੇ ਜਿਹੜੇ ਬਾਜ਼ਾਰ ਆਪਣੇ ਮਾਂ-ਬਾਪ ਨਾਲ ਜਾਂਦਾ ਤੇ ਭੀੜ ਨੂੰ ਦੇਖ ਕੇ ਉਹਦੇ ਅੱਖਾਂ 'ਚ ਅੱਥਰੂ ਨਿਕਲਦੇ। ਉਹਦੀ ਮਾਂ ਪੁੱਛਦੀ ਤੂੰ ਕਿਉਂ ਰੋਣਾ ਆ? ਉਹਦੇ ਬਾਰੇ ਇੱਕ ਦਿਨ ਮੈਂ ਪੜ੍ਹਿਆ, ਕਹਿੰਦਾ ਮੰਮੀ ਇਹਨਾਂ ਨੇ ਬਿਨਾਂ ਪਰਮੇਸ਼ਰ ਤੋਂ ਮਰ ਜਾਣਾ। ਸ਼ਾਇਦ ਉਹਦੀ ਮਾਤਾ ਇਸ ਗੱਲ ਨੂੰ ਸਮਝਦੀ ਨਹੀਂ ਸੀ, ਲੇਕਿਨ ਉਹਦੀ ਛੋਟੀ ਜਿਹੀ ਉਮਰ ਦੇ ਵਿੱਚ ਹੀ ਖੁਦਾ ਨੇ ਉਹਦੀ ਅਕਲ ਨੂੰ ਖੋਲ੍ਹਿਆ ਹੋਇਆ ਸੀ। ਜਿਹਨੇ ਭੀੜ ਨੂੰ ਦੇਖਦਾ ਸੀ ਉਹਦੇ ਅੱਖਾਂ 'ਚ ਅੱਥਰੂ ਡਿੱਗਦੇ ਸੀ। ਉਹਦੇ ਬਾਰੇ ਮੈਂ ਤੁਹਾਨੂੰ ਉਹਦਾ ਨਾਮ ਦੱਸੂਗਾ ਕਿਸ ਦਿਨ। ਮੈਨੂੰ ਪਤਾ ਚਾਰਲਸ ਫਿਨੀ ਜਾਂ ਕੋਈ ਕਿਤਾਬ ਪੜ੍ਹੀ ਮੈਂ ਉਹਦੇ ਬਾਰੇ। ਉਹ ਭੀੜ ਨੂੰ ਦੇਖ ਕੇ ਜਿੱਥੇ ਕਿਤੇ ਰਸ਼ ਦੇਖਣ ਨਾਲ ਰੋ ਪੈਣਾ ਕਿ ਇਹ ਕਿੱਦਾਂ ਜਾਨਾਂ ਬਚਣਗੀਆਂ, ਕਿਵੇਂ ਕਿਵੇਂ ਇਹਨਾਂ ਦਾ ਉਧਾਰ ਹੋਵੇਗਾ। ਆਪਾਂ ਕਹਿੰਦੇ ਬੱਚਾ ਹੈ, ਬੱਚਾ ਨਹੀਂ ਆ। ਮੈਂ ਦੱਸਣਾ ਚਾਹੁੰਦਾ ਕਿ ਬੱਚੇ ਸੰਸਾਰ ਵਿੱਚ ਚਲੇ ਗਏ, ਉਹਨਾਂ ਨੂੰ ਕਿਸੇ ਭੀੜ ਦਾ, ਬਿਮਾਰ ਦਾ ਕੋਈ ਫਿਕਰ ਨਹੀਂ, ਕਿਸੇ ਨੂੰ ਫਿਕਰ ਨਹੀਂ। ਤੁਹਾਡੇ ਸਾਡੇ ਬੱਚਿਆਂ ਨੂੰ ਫਿਕਰ ਥੋੜ੍ਹੀ ਕੋਈ ਕਿ ਇਹ ਬਿਮਾਰ ਆ, ਮੇਰੀ ਵਰਤ ਰੱਖਾਂ, ਕੁਛ ਇਹ ਕਰਨਾ, ਕਦੀ ਵੀ ਨਹੀਂ ਫਿਕਰ। ਆਪਣਾ ਫਿਕਰ ਪਿਆ ਹੋਇਆ। ਇਹ ਬਾਈਬਲ ਦੀ ਗੱਲ ਮੈਂ ਬੋਲ ਰਿਹਾ, ਤੁਹਾਨੂੰ ਦੱਸ ਰਿਹਾ ਕਿ ਹੈ ਸਿਸਟਮ ਇੱਦਾਂ ਹੀ ਚੱਲ ਰਿਹਾ ਹੈ। ਇਹਨੂੰ ਫਿਕਰ, ਇਹ ਕਹਿੰਦਾ ਮੰਮੀ ਮੈਨੂੰ ਆ ਕਿ ਮੈਂ ਪਿਤਾ ਦੀ ਮਰਜ਼ੀ ਨੂੰ ਕੀ ਕਰਾਂ, ਪੂਰਾ ਕਰਾਂ। ਔਰ ਕੀ ਲਿਖਿਆ? ਪਰ ਉਹਨਾਂ ਇਸ ਗੱਲ ਨੂੰ ਜਿਹੜੀ ਉਸਨੇ ਉਹਨਾਂ ਨੂੰ ਆਖੀ ਸੀ ਨਾ ਸਮਝਿਆ। ਹਲੇ ਇਹ ਪਤਾ ਕੀ ਹੈ, ਇਹ ਹਲੇ ਤੱਕ ਸਮਝ ਹੀ ਨਹੀਂ ਰਹੇ। ਹਲੇ ਤੱਕ ਯੂਸਫ ਨੂੰ ਖੁਦਾ ਨੇ ਦਰਸ਼ਨ ਦੇ ਕੇ ਕਿਹਾ ਹੋਇਆ ਕਿ ਜਿਹੜਾ ਬੱਚਾ ਇਹਦੇ ਅੰਦਰ ਆ ਰਿਹਾ ਉਹ ਪਵਿੱਤਰ ਆਤਮਾ ਤੋਂ ਆ। ਹਲੇ ਵੀ ਸਮਝ ਨਹੀਂ ਹੈ। ਮੈਨੂੰ ਇੱਕ ਘਟਨਾ ਯਾਦ ਆ, ਇੱਕ ਘਟਨਾ ਮੈਨੂੰ ਯਾਦ ਆ। I remember one incident. ਇਹ ਨਕੋਦਰ ਲਾਗੇ ਪਿੰਡ ਆ ਕੈਂ ਵਾਲਾ। A village near Nakodar, it happened there. ਕੈਂ ਵਾਲਾ ਪਿੰਡ ਆ। The name of the village is Kevala. ਹਾਂ, ਉੱਥੇ ਇੱਕ ਬੱਚਾ ਦੇ ਬਾਰੇ ਇੱਕ ਦਿਨ ਮੈਂ ਸੁਣਿਆ। I heard about a child out there. ਇਹ ਬਹੁਤ ਪੁਰਾਣੀ ਗੱਲ ਆ। It's a very, very old thing. ਉਹਦਾ ਬੱਚਾ ਬਾਹਰ ਕਿਤੇ ਘਰ ਦੇ ਗੁਆਂਢ ਉਹਨਾਂ ਦੀ ਮੀਟਿੰਗ ਹੁੰਦੀ। There was a meeting happening in the neighborhood. ਹੁਣ ਤਾਂ ਲੋਕ ਘਰਾਂ 'ਚ ਇਹ ਬਾਤ ਨਹੀਂ ਕਰਾਉਂਦੇ ਆਪਣੇ। Now people don't invite. ਉਹਨੂੰ ਡਰ ਹੁੰਦਾ ਕਿਤੇ ਖਰਚਾ ਨਾ ਪੈ ਜਾਏ।
People don't do conduct worship in their home. ਪਹਿਲੇ ਅੱਜ ਤੋਂ 20 ਸਾਲ ਪਹਿਲਾਂ But 20 years ago from ਘਰਾਂ ਦੇ now, ਵਿੱਚ ਛੋਟੀਆਂ ਮੀਟਿੰਗਾਂ ਚੱਲਦੀਆਂ ਸੀ। there used to be small worship. ਸ਼ਾਮ ਨੂੰ ਕਿਸੇ ਨੇ ਆਪਣੇ ਘਰ ਬੰਦਗੀ ਰੱਖਣੀ। In the evening, some or the other person would invite ਉੱਥੇ worshippers. 25 30 40 ਇਕੱਠੇ ਹੋ ਜਾਣੇ, 35 to 40 people would gather there, ਉੱਥੇ ਮੀਟਿੰਗ ਕਰਨੀ। and they used to do ਤੁਹਾਨੂੰ meetings. ਪਤਾ ਕੀ ਹੁੰਦਾ Do ਸੀ? you know what used to happen? ਕੋਈ ਆਂਢ ਗੁਆਂਢ ਦਾ ਆਂਦਾ ਸੀ, And somebody from neighborhood would come, ਉਹ ਬਚ ਜਾਂਦਾ ਸੀ। and he would be saved. ਕੋਈ ਆਂਦਾ ਸੀ, ਉਹ ਖੇਲਦਾ ਸੀ, Somebody would come ਉਹ and ਠੀਕ ਹੋ ਜਾਂਦਾ ਸੀ। the person would be ਮੈਂ healed. ਵੀ ਇਦਾਂ ਮੀਟਿੰਗਾਂ ਬਹੁਤ ਕੀਤੀਆਂ। Even I did many ਇਹਨੂੰ ਅਸੀਂ meetings. ਕੁਆਟਰ ਮੀਟਿੰਗ ਕਰਨੇ We call it cottage meeting. What a quarter meeting. ਹਾਂ, ਇਹ ਘਰਾਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਕਰਦੇ ਆ, ਇਹਨੂੰ ਅਸੀਂ ਛੋਟੀਆਂ ਮੀਟਿੰਗਾਂ ਨੂੰ ਇਹੀ ਕਹਿੰਦੇ ਸੀ ਕਿ ਉਹਦੇ ਘਰ ਇਬਾਦਤ ਆ ਜਾਏਗੀ। And that's how we call it the meetings. ਇਹਨੂੰ ਖਿਆਲ ਨਾਲ ਸੁਣੀਏ। Let's pay ਉਹ attention. ਮੈਂ ਵੀ ਆਪਣੀ ਜ਼ਿੰਦਗੀ ਦੇਖਿਆ, ਬਹੁਤ ਲੋਕਾਂ ਲਈ ਮੈਂ ਦੁਆ ਕੀਤੀ, ਉਹਨਾਂ ਫੈਮਲੀਆਂ ਦੇ ਅੰਦਰ ਆਸ ਪੜੋਸ ਇਕੱਠੇ ਗਏ, ਉਹ ਜੁੜ ਜਾਂਦੇ ਸੀ ਯਿਸੂ ਮਸੀਹ ਨਾਲ। Even I did the same thing in many neighborhoods, and the people from neighborhood would connect to Jesus. ਇੱਕ ਤਰੀਕਾ ਸੀ, It was one way. ਪਰ ਇਹ ਵੀ ਸਿਸਟਮ ਖਤਮ ਹੋ ਗਿਆ। Now the system is vanished. ਲੋਕੀ ਨਹੀਂ ਚਾਹੁੰਦੇ ਸਾਡੇ ਘਰ ਇਬਾਦਤ ਹੋਵੇ। People really don't want the worships to take place. ਲੋਕਾਂ ਦਾ ਅੰਦਰੋਂ ਸਿਸਟਮ ਹੀ ਖਤਮ ਹੋ ਗਿਆ। Now the system in the ਪਹਿਲੇ ਲੋਕਾਂ ਦੇ ਅੰਦਰ ਹੁੰਦਾ ਸੀ, earlier people used to have this ਉਹਨੇ desire. ਲੋਕਾਂ ਦੇ ਆਂਢ ਗੁਆਂਢ ਆਪਣੇ ਆਂਢ ਗੁਆਂਢ ਨੂੰ ਕਹਿਣਾ ਸਾਡੇ ਘਰ ਸਾਸਾਂ ਗੁਣਾ ਆਈ। They would invite people from neighborhood. ਉਹ ਇੱਕ ਅਲੱਗ ਤਰੀਕਾ ਸੀ। That was a different method. ਉਹਨਾਂ ਦਿਨਾਂ 'ਚ ਵੀ ਪੁੱਤਰ ਆਤਮਾ ਲੋਕਾਂ ਤੇ ਉਤਰਨ ਦੇ ਘਰਾਂ ਉੱਤੇ, And the Holy Spirit would descend upon people. ਜਿਹੜੀ ਘਰਾਂ 'ਚ ਇਹ ਬੰਦਗੀ ਹੁੰਦੀ ਸੀ, And the worships that used to happen at home. ਪਵਿੱਤਰ ਆਤਮਾ ਲੋਕਾਂ ਨੂੰ ਛੜਕਾਰਾ ਆਉਂਦਾ ਸੀ। And the Holy Spirit used to release people. ਉਸ ਨਕੋਦਰ ਦੇ ਅੰਦਰ In that Nakodar, ਸ਼ਾਮ ਨੂੰ ਇੱਕ ਇਬਾਦਤ ਚੱਲਦੀ ਪਈ ਹੈ। there was a worship going on. ਇੱਕ ਪੜੋਸ ਦਾ ਬੱਚਾ A child from neighborhood, ਉਹ ਬੰਦਗੀ 'ਚ ਚਲਾ ਜਾਂਦਾ। he went to that meeting. ਹਰ ਵਾਰੀ ਇਦਾਂ ਹੁੰਦੀ। Every time this happened, ਉਹਦਾ ਜਿਹੜਾ ਡੈਡੀ ਸੀ, and his daddy, ਉਹਨੇ ਮਨਾ ਕੀਤਾ, he stopped him. ਇਹ ਕ੍ਰਿਸਚੀਅਨ ਲੋਕ ਹੁੰਦੇ ਆ, These are Christians. ਅਸੀਂ ਇਹਨਾਂ 'ਚ ਨਹੀਂ ਜਾਣਾ। We cannot mingle with them. ਉਹ ਬੱਚੇ ਨੂੰ ਬੜਾ ਅੱਛਾ ਲੱਗਦਾ ਸੀ। And the child really liked to enjoy. ਬੱਚੇ ਨੇ ਦੇਖਣਾ ਮੇਰਾ ਡੈਡੀ ਇੱਧਰ ਉੱਧਰ ਆ। He used to see my dad is not around. ਉਹ ਜਿੱਦਣ ਬੰਦਗੀ ਹੋਣੀ ਹਫਤੇ 'ਚ ਇੱਕ ਵਾਰ ਉੱਥੇ, And once a week when there was worship, ਉਹਨੇ ਚਲੇ ਜਾਣਾ। he would go. ਇੱਕ ਦਿਨ ਉਹਦੇ ਡੈਡੀ ਨੇ ਉਹਨੂੰ ਫੜ ਕੇ ਬਹੁਤ ਮਾਰਿਆ। Once his dad really beat him. ਉਹਦਾ ਡੈਡੀ ਮਾਸਟਰ ਸੀ। His dad was a master. ਉਹ ਕਹਿੰਦਾ ਤੇਰੇ ਪੜਨ ਦੇ ਦੇਣਾ। He said, these are the days you should study. ਉਹ ਕਹਿੰਦਾ ਇਹਨਾਂ ਨੂੰ ਕੀ ਹੈ, ਇਹਨਾਂ ਨੂੰ ਕੀ ਹੈ ਜਿਹੜੇ ਇਹ ਪਾਸਟਰ ਲੋਕ ਇਹਨਾਂ ਦੇ ਘਰਾਂ 'ਚ ਆਉਂਦੇ ਆ, ਇਹਨਾਂ ਤਾਂ ਰੋਟੀ ਪਾਣੀ ਚੱਲ ਰਿਹਾ ਹੈ। And what pleasure is there to attend these meetings with his ਇਹ ਤਾਂ pastors? ਲੋਕਾਂ ਨੂੰ ਮਤਲਬ ਗਲਤ ਗਾਈਡ ਕਰਦੇ ਲੋਕ, They guide people in a wrong way. ਆਪਣੇ ਧਰਮ ਨਾਲ ਰਲਾਉਂਦੇ ਆ। They attach these people to their religion. ਪਰ ਉਹ ਬੱਚਾ ਰਹਿ ਨਹੀਂ ਸੀ ਸਕਦਾ। But the child couldn't stop himself. ਇਦਾਂ ਹੀ ਹੋਇਆ, And this is what ਫੇਰ happened. ਚਲਾ ਗਿਆ। Again he went. ਡੈਡੀ ਨੇ ਬਹੁਤ ਮਾਰਿਆ। And the dad really beat him. ਥੋੜੇ ਦਿਨ ਨਹੀਂ ਗਿਆ, For some days he didn't go. ਇੱਕ ਦਿਨ ਦੇਖਿਆ ਡੈਡੀ ਨਹੀਂ ਹੈ। Again he saw dad is not around. ਸ਼ਾਮ ਫਿਰ ਇਬਾਦਤ ਚੱਲੀ ਪੜੋਸ ਵਿੱਚ। Again there was meeting in the ਉਹ neighborhood. ਬੱਚਾ ਫੇਰ ਚਲਾ ਗਿਆ। And the child again went. ਉਹਦਾ ਡੈਡੀ ਆ ਗਿਆ, His dad arrived. ਬਹੁਤ ਗੁੱਸੇ 'ਚ। He was very angry. ਉਹ ਆਪਣੀ ਘਰ ਵਾਲੀ ਨੂੰ ਕਹਿੰਦਾ, And he told his ਮੈਂ wife. ਦੇਖਿਆ ਨਾ ਤੇ ਕਿਹੜੀ ਏਡੀ ਗੱਲ ਆ ਜਿਹੜਾ ਬੱਚਾ ਸਾਡਾ ਉੱਥੇ ਜਾਂਦਾ ਹੈ। And then he said, I want to visit and want to see. ਉਹ ਮਾਸਟਰ ਜੀ ਸਕੂਲ ਦੇ ਮਾਸਟਰ ਸੀ। And that he was a master of a school. ਪਾਦਰੀ ਸਾਹਿਬ ਪ੍ਰਚਾਰ ਕਰ ਸੀ ਘਰ ਵਿੱਚ। And the pastor was preaching there. ਉਹਨੇ ਪ੍ਰਚਾਰ ਸੁਣਿਆ। He heard that preaching. ਉਹਦੇ ਮੈਸੇਜ ਪਤਾ ਕੀ ਸੀ? You know what was the message that ਯਿਸੂ day? ਜੀ ਕਰੂਸ ਤੇ ਕਿਵੇਂ ਮਾਰੇ ਗਏ। That how Jesus was crucified ਇੱਕ ਪਾਪੀ ਇਨਸਾਨ ਦੇ ਲਈ। for a sinner. ਉਸ ਮਾਸਟਰ ਦੇ ਅੱਖਾਂ 'ਚੋਂ ਆਂਸੂ ਆ ਗਏ। And that master started crying. ਉਹਦਾ ਦਿਲ ਪਿਘਲ ਗਿਆ। His heart melted. ਤੁਹਾਨੂੰ ਪਤਾ ਕੀ ਹੋਇਆ? You know what happened? ਘੁਟਨੇ ਟੇਕਤੇ, He bowed down ਪ੍ਰਭੂ ਕੋ ਮਾਫੀ ਮੰਗੀ, and he asked forgiveness. ਪਛਤਾਪ ਕੀਤਾ। He repented. ਆਏ ਖੁਦਾ ਮੈਂ ਪਾਪੀ ਹਾਂ। Lord, I am a sinner. ਫਿਰ ਪਾਰੀ ਸਾਹਿਬ ਕੋ ਦੁਆ ਕਰਾਈ, And then he got, ਉਹ ਨਵੀਂ ਸ੍ਰਿਸ਼ਟੀ ਬਣ ਗਿਆ। he became a new creation. ਮੈਂ ਤੁਹਾਨੂੰ ਸੁਣਨਾ ਚਾਹੁੰਦਾ, I want to tell you. ਜਿਹੜੀਆਂ ਮੀਟਿੰਗਾਂ ਘਰਾਂ 'ਚ ਹੁੰਦੀਆਂ ਸੀ, And the meetings that used to happen in the house. ਉਹਨਾਂ 'ਚ ਵੀ ਲੋਕ ਨਜਾਤ ਪਾ ਲੈਂਦੇ ਸੀ, ਉਧਾਰ ਪਾ ਲੈਂਦੇ ਸੀ। People used to get salvation in those meetings. ਪਰ ਅੱਜ ਕੱਲ੍ਹ ਨਹੀਂ ਹੁੰਦੀਆਂ। But nowadays it doesn't happen. ਮੈਨੂੰ ਪਤਾ ਨਹੀਂ ਕੀ ਹੋ ਗਿਆ ਲੋਕਾਂ ਨੂੰ। I don't know what has happened to ਹਰ ਇੱਕ people. ਆਦਮੀ ਇੱਦਾਂ ਚਾਹੁੰਦਾ Everybody wants that. ਜਿੱਥੇ ਜ਼ਿਆਦਾ ਤੋਂ ਜ਼ਿਆਦਾ ਲੋਕ ਹੋਣ, That many people may come. ਮੈਂ ਉੱਥੇ ਆਊਂਗਾ। I should attend such a meeting. ਪਾਸਟਰ ਲੋਕਾਂ ਦਾ ਵੀ ਇੱਦਾਂ ਦਾ ਬਣ ਗਿਆ। Pastors also desire such ਉਹ ਵੀ things. ਬੜੇ ਫਕਰ ਜਿਹੇ ਨਾਲ ਕਹਿੰਦੇ ਹਨ। With a great proud, they ਬੜੇ say. ਲੋਕ ਉੱਥੇ ਆਏ। Many people came there. ਮੈਂ ਇਹ ਪੁੱਛਦਾ ਹਾਂ, I want to ask. ਇੰਨੇ ਲੋਕ ਆਏ, Many people came. ਕੋਈ ਬਚਿਆ ਵੀ? But was anyone saved? ਜਵਾਬ ਆਏਗਾ ਨਹੀਂ।
ਜਵਾਬ ਆ ਕਿ ਨਹੀਂ? The answer is no. ਕਿੰਨਿਆਂ ਨੇ ਆਪਣਾ ਜੀਵਨ ਪ੍ਰਭੂ ਨੂੰ ਦਿੱਤਾ? How many surrendered their life to Jesus? ਇੰਨੇ ਲੋਕਾਂ ਚੋਂ Out of these people, ਕਿੰਨਿਆਂ ਤੇ ਪੁੱਤਰ ਆਤਮਾ ਉਤਰਿਆ? on how many Holy Spirit ਕੋਈ descended? ਜਵਾਬ ਨਹੀਂ। There is no answer. ਲੇਕਿਨ ਜਿਹੜੀਆਂ ਘਰਾਂ 'ਚ ਮੀਟਿੰਗਾਂ ਹੁੰਦੀਆਂ ਸੀ, But the meetings that used to happen in ਪਿੰਡਾਂ quarters, 'ਚ ਹੁੰਦੀਆਂ ਸੀ, ਸ਼ਹਿਰਾਂ 'ਚ ਹੁੰਦੀਆਂ ਸੀ, in villages and in cities, ਉੱਥੇ ਕੋਈ ਨਾ ਕੋਈ ਲੋਕ ਆਪਣਾ ਜੀਵਨ ਯਿਸੂ ਮਸੀਹ ਨੂੰ ਦੇ ਦਿੰਦੇ ਸੀ। some or the other person would surrender ਉਹ his life, ਕਲੀਸਿਆਵਾਂ ਜਿਹੜੀਆਂ ਸੀ ਵਧਦੀਆਂ ਜਾਂਦੀਆਂ ਸੀ। and those churches would increase. ਲੇਕਿਨ ਅੱਜ ਇਹ ਚੀਜ਼ ਖਤਮ ਹੋ ਗਈ ਹੈ। But the thing is finished. ਸ਼ੈਤਾਨ ਨੇ ਆਪਣਾ ਕੰਮ ਕੀਤਾ, Evil spirit has worked. ਲੋਕਾਂ ਦੇ ਮਨ ਸਖਤ ਕੀਤੇ। He has trapped their ਉਹ mind. ਕਦੀ ਨਹੀਂ ਚਾਹੁੰਦੇ ਕਿ ਪਾਦਰੀ ਸਾਨੂੰ ਬੁਲਾਈਏ, ਅਸੀਂ ਆਂਢ ਗੁਆਂਢ ਇਕੱਠੇ ਕਰੀਏ They never desire to invite pastor and gather neighborhood ਤੇ ਤਾਂ ਕਿ ਪਰਮੇਸ਼ਰ ਦਾ ਕੰਮ ਹੋਵੇ। so that the work of ਇਹ God. ਚੀਜ਼ ਵਿਸ਼ਵਾਸੀਆਂ 'ਚੋਂ ਖਤਮ ਹੋ ਗਈ ਹੈ। Now this thing is no more, ਪਵਿੱਤਰ ਆਤਮਾ ਸ਼ੌਕਤ ਹੋ ਗਿਆ, and the Holy Spirit is ਨਾ ਇਹਨਾਂ ਨੂੰ grieved. ਪੁੱਤਰ ਆਤਮਾ ਇਸ ਗੱਲ ਲਈ ਕਾਇਲ ਕਰਦਾ ਹੈ। Neither the Holy Spirit convict them. ਉਹਦਾ ਕਹਿਣਗੇ ਸਾਡੇ ਦੁਆ ਕਰ ਜਾਈਏ। As such, they ask for prayers. ਦੁਆ ਤਾਂ ਤੇਰੇ ਲਈ ਵੈਸੇ ਵੀ ਡੇਲੀ ਕਰੀਦੀ ਹੈ। We have been doing prayer for you ਮੇਰੀ ਵਾਈਫ 4-4 ਘੰਟੇ ਜਿਲੇ ਪ੍ਰੇ ਕਰਦੀ ਹੈ ਨਾ, for 4 hours when my wife prays. ਇਫਸੀਆਂ ਦੇ ਖਾਦੇ ਮੁਤਾਬਕ According to the book of ਹਰੇਕ ਘਰਾਣੇ ਦਾ ਨਾਮ every house, ਪਰਮੇਸ਼ਰ ਅੱਗੇ ਰੱਖਦੀ ਹੈ she keeps the name ਕਿ before ਪ੍ਰਭੂ ਉਸ God. ਫੈਮਿਲੀ 'ਚ ਇਹ ਪ੍ਰੋਬਲਮ ਆ, Lord, this is the problem in ਉਹਦੀ this ਇਹ family. ਸਮੱਸਿਆ ਹੈ। This is the problem in that family. ਤਦੀ 4 ਘੰਟੇ ਨਿਕਲ ਜਾਂਦੇ ਪ੍ਰੇਅਰ 'ਚ, That's how she passes her 4 ਕਿਉਂਕਿ hours, ਉਹਦੇ ਕੋਲ ਲੋਕਾਂ ਦੀਆਂ ਸਮੱਸਿਆ ਹੀ ਬਹੁਤ ਆ। because she has got lot of problem about ਇਹੀ ਇੱਕ people. ਤਰੀਕਾ ਹੈ। This is one way. ਕਈ ਲੋਕ ਸਾਡੇ ਘਰ ਆ ਕੇ ਦੁਆ ਕਰਕੇ ਜਾਈਓ, Sometimes people say come to our ਜੇ home and ਦੁਆ pray. ਕਰਨ ਨਾ ਗਏ And if we don't go, ਉਹ ਮਨ 'ਚ ਹੀ ਰੱਖਦਾ। he keeps the thing in his heart. ਮੈਨੂੰ ਪਤਾ, ਮੈਂ ਪੁੱਤਰ ਆਤਮਾ ਪਾਇਆ ਹੋਇਆ ਵਿਅਕਤੀ, ਮੈਨੂੰ ਪਤਾ ਹੁੰਦਾ ਇਹਦੇ ਮਨ 'ਚ ਆ। I have got Holy Spirit and I know that ਦੁਆ he's- ਲਿਖਿਆ ਸੀ ਭਾਈ ਵਿਜੇ ਨੂੰ, we asked Pastor ਉਹ ਆਏ Vijay, ਨਹੀਂ, but he didn't come. ਇਹ ਮਨ 'ਚ ਉਹਦੇ ਕੜਤਨ ਰਹਿੰਦੀ ਹੈ। And that bitterness he ਇਦਾਂ was, ਦੀਆਂ ਹੋਰ ਵੀ ਗੱਲਾਂ ਮੈਂ ਬੋਲ ਸਕਦਾ ਇੱਥੇ, there are many things I can say ਜਿਹੜੀਆਂ like, ਤੁਹਾਡੇ ਅੰਦਰ ਆ ਜਾਂਦੀਆਂ, which comes in your ਇਹ heart, ਤੈਨੂੰ ਕਦੀ ਨਹੀਂ ਵਧਣ ਦੇਣਗੀਆਂ, and they will never allow you to ਤੈਨੂੰ increase. ਕਦੀ ਨਹੀਂ ਪਰਮੇਸ਼ਰ 'ਚ ਵਧਣ ਦੇਣਗੀਆਂ। It will never allow you to increase in ਇਹ God. ਗੱਲਾਂ ਹੁੰਦੀਆਂ ਇਨਸਾਨ ਦੇ ਅੰਦਰ, These things happen in a man. ਇਹ ਮੇਰਾ ਐਕਸਪੀਰੀਅੰਸ था। This is my experience. ਲੇਕਿਨ ਮੈਂ ਦੱਸਣਾ ਚਾਹੁੰਦਾ, But I want to tell you, ਉਹਨਾਂ ਸਮਿਆਂ ਦੇ ਵਿੱਚ in those times, ਆਤਮਾ ਵੱਧ ਜਾਂਦੀਆਂ ਸੀ। spirits used to be saved. ਲੋਕ ਜਿਹੜੀਆਂ ਘਰਾਂ 'ਚ ਮੀਟਿੰਗਾਂ ਹੁੰਦੀਆਂ ਸੀ, And the meetings that used to happen in ਉਹਨਾਂ 'ਚ houses, ਪਰਮੇਸ਼ਰ ਕੰਮ ਕਰਦਾ ਸੀ। God used to ਉਹ work in the ਲੋਕ ਇਕੱਠੇ midst, ਕਰ ਲੈਂਦੇ ਸੀ। and people used to gather. ਇਹ ਮੈਂ ਇੱਥੇ ਦੀ ਗੱਲ ਨਹੀਂ ਕਰਦਾ, I'm not talking about here. ਤਕਰੀਬਨ ਇਦਾਂ ਹੀ ਚੱਲਦੀਆਂ ਸੀ ਮੀਟਿੰਗਾਂ ਸਾਰੀਆਂ। In all the meetings, this used to happen. ਲੋਕ ਜਾਂਦੇ ਸੀ ਲੋਕਾਂ ਘਰਾਂ 'ਚ, People would go to people's place. ਤੇ ਉੱਥੇ ਕੋਈ ਐਡਾ ਖਾਣਾ ਖੋਣਾ ਵੀ ਨਹੀਂ ਸੀ ਹੁੰਦਾ, There was not a big feast, ਸਿਰਫ ਚਾਹ ਪਿਲਾਉਂਦੇ ਸੀ but only tea ਸ਼ਾਮ ਦੀ ਬੰਦਗੀ 'ਚ, in the evening meeting, ਜਾਂ 2-4 ਬਿਸਕੁਟ ਦਿੰਦੇ ਸੀ। and the biscuits they would offer. ਉਹਦੇ ਨਾਲ ਲੋਕਾਂ ਦਾ ਆਨੰਦ ਹੁੰਦਾ ਸੀ। And that's how the people be ਤੇ ਜੇ satisfied. ਹੁਣ ਬੰਦਗੀ ਲੇਟ ਹੋ ਜਾਏ, But now if the meetings are late, 10 ਵਜਣ ਜਾਂ 11 ਵਜਣ, if it's 10 or 11 o'clock, ਬਾਹਰ ਕੇ ਗੱਲਾਂ ਕਰਨਗੇ, they come out and they talk. ਇਹਦੇ ਨਾਲ ਚੰਗਾ ਖਾਣਾ ਕਰ ਲੈਂਦੇ, It would have been, ਲੱਗਦਾ ਨਹੀਂ? ਆ ਕੇ ਜਿਹਨਾਂ ਨੂੰ ਆਦਤ ਪਈ ਨਾ, ਹੌਲੀ ਕਰਨਗੇ, ਯਾਰ ਉੱਥੇ ਕਿਸੇ ਦਾਲ ਬਣਾ ਲੈਂਦੇ, 2 ਰੋਟੀਆਂ ਸੀ, ਆਪਣੇ ਤਰੀਕੇ ਦੱਸਦੇ ਆ। ਤੂੰ ਇਹ ਦੇਖ ਬੰਦਗੀ 'ਚੋਂ ਤੈਨੂੰ ਰੋਟੀ ਮਿਲੀ ਕਿ ਨਹੀਂ ਮਿਲੀ। ਜੇ ਤੈਨੂੰ ਸੰਸਾਰ ਦੀ ਨਹੀਂ ਮਿਲੀ, ਤੈਨੂੰ ਜ਼ਿੰਦਗੀ ਦੀ ਤਾਂ ਮਿਲੀ ਹੈ। ਬੋਲੀਏ, ਜੇ ਤੈਨੂੰ ਸੰਸਾਰ ਦੀ ਨਹੀਂ ਮਿਲੀ ਤੇ ਜ਼ਿੰਦਗੀ ਦੀ ਰੋਟੀ ਮਿਲੀ ਤੈਨੂੰ। you haven't got the bread of this world, but you have ਲੋਕ got, ਸੰਸਾਰ ਦੀ ਰੋਟੀ ਨੂੰ ਜ਼ਿਆਦਾ ਪਸੰਦ ਕਰਦੇ ਆ, people like the bread of this world, ਜਿਹੜੀ ਜ਼ਿੰਦਗੀ ਦੀ ਰੋਟੀ ਆ but the bread of life, ਇਹਨੂੰ ਲੋਕ ਇੰਨਾ ਪਸੰਦ ਨਹੀਂ ਕਰਦੇ, they don't like it much. ਇਹਨੂੰ ਲੋਕ ਇੰਨਾ ਪਸੰਦ ਨਹੀਂ ਕਰਦੇ। People don't like it ਲੇਕਿਨ much. ਮੈਂ ਤੁਹਾਨੂੰ ਕਹਿੰਦਾ ਹਾਂ, But I want to tell you, ਉਹ ਰੋਟੀ ਮਿਲੇ ਚਾਹੇ ਨਾ ਮਿਲੇ, whether you get the bread of this world ਬਾਈਬਲ or ਕਹਿੰਦੀ not, ਤੈਨੂੰ ਜ਼ਿੰਦਗੀ ਦੀ ਰੋਟੀ ਤੈਨੂੰ ਮੈਂ but ਦਿੰਦਾ। Bible says you'll get the bread of ਇਹ ਗੱਲ life. ਯਿਸੂ ਜੀ ਨੇ ਯੋਹਨਾ ਦੀ ਵਿੱਚ ਕਹੀ, And this is what ਇਹ Jesus, ਸੰਸਾਰ ਦੀ ਜ਼ਿੰਦਗੀ, ਸੰਸਾਰ ਦੀ ਰੋਟੀ ਤੁਹਾਨੂੰ ਮੌਤ ਦਿੰਦੀ ਆ, that the bread of this world gives you ਲੇਕਿਨ bread, ਮੈਂ ਤੁਹਾਨੂੰ ਇਹੋ ਜਿਹੀ ਰੋਟੀ ਦਊਂਗਾ, but I'll give you the bread of life, ਤੁਸੀਂ ਮੌਤ ਨੂੰ ਕਦੀ ਨਾ ਚੱਖੋਗੇ। and you will never taste death. ਤੇ ਇਹ ਗੱਲ ਕਹੀ ਫਿਰ ਲੋਕਾਂ ਨੇ, And that's how people ਇਹ said, ਰੋਟੀ ਸਾਨੂੰ ਵੀ ਦਿਓ, do give us this ਇਹ ਰੋਟੀ bread, ਸਾਨੂੰ ਦਿਆ ਕਰੋ। give us this bread. ਪਹਿਲਾਂ ਜਿਹੜੀਆਂ ਮੀਟਿੰਗਾਂ ਚੱਲਦੀਆਂ ਸੀ, And the meetings that used to happen ਚਾਹ earlier, ਦੇ ਕੱਪ ਨਾਲ ਕੰਮ ਚੱਲਦਾ ਸੀ। a cup of tea was ਹੁਣ enough, ਭਾਵੇਂ ਖਾਣਾ ਵੀ ਖਿਲਾਓ, and people want to ਹੁੰਦਾ feed, ਕੁਛ ਨਹੀਂ। you want to feed people, but nothing ਮੈਂ happens. ਤੁਹਾਨੂੰ ਕਹਿਣਾ, I want to tell you, ਚਾਹ ਵੀ ਨਾ ਮਿਲੇ, even if you don't get tea, ਘਰ ਦੇ ਪਾਣੀ ਵੀ ਨਾ ਪਿਲਾਣ, even if they don't offer water, ਤੇਰੀ ਉਪਸਥਿਤੀ ਨਾਲ ਵਾਪਸ ਲੌਟਾ, but you may come ਤੇਰੀ back ਸਾਮਰਥ ਨਾਲ ਵਾਪਸ ਆਵਾਂ, with the strength of ਤੇਰੀ God, ਚੰਗਿਆਈ ਨਾਲ ਵਾਪਸ ਆਵਾਂ, ਖੁਦਾਵੰਦ with the power of God, you may come ਤੇਰੀ back. ਆਸ਼ੀਸ਼ ਨਾਲ ਵਾਪਸ ਆਵਾਂ। Lord, I may come back with your ਅੱਜ blessings. ਜਿਲੇ ਮੈਂ ਜਾਵਾਂ, And this time when I go, ਮੈਂ ਤੈਨੂੰ ਭੁੱਲ ਕੇ ਨਾ ਆਵਾਂ। Lord, I may never forget. ਬਾਈਬਲ ਕਹਿੰਦੀ ਹੈ ਭੁੱਲ ਗਏ, Bible says we have ਬਾਈਬਲ forgotten. ਕਹਿੰਦੀ ਹੈ ਤੇ ਮਾਂ-ਬਾਪ ਭੁੱਲ ਗਏ, Bible says that his ਬਾਈਬਲ parents ਕਹਿੰਦੀ ਹੈ ਤੇ forgot. ਮਾਂ-ਬਾਪ ਭੁੱਲ ਗਏ, Bible says his parents forgot ਛੱਡਿਆ ਯਿਸੂ Jesus. ਮਸੀਹ ਨੂੰ। They left ਕਾਫੀ Jesus, ਲੋਕਾਂ ਨੇ 25 ਤਰੀਕ ਮਨਾਇਆ, and people celebrated enjoy 25th ਕੀਤਾ,
and they enjoyed. ਖਾਣੇ ਖਾਦੇ ਚਰਚਾਂ 'ਚ, They had big feast, ਯਿਸੂ ਮਸੀਹ ਨੂੰ ਛੱਡ ਗਏ। but they forgot Jesus. ਇਕੱਲੇ ਆਏ ਸੀ, They came ਇਕੱਲੇ ਹੀ alone ਵਾਪਸ ਗਏ। and they went alone. ਇਹ ਏਡੀ ਖੁਸ਼ੀ ਦੀ ਗੱਲ ਨਹੀਂ। It's not a good thing. ਸਵਾਲ ਇਹ ਪੈਦਾ ਹੋਇਆ, Then the question arises. ਮੈਨੂੰ ਖਾਣੇ ਦਾ ਆਨੰਦ ਨਹੀਂ ਸੀ, I was not enjoying the ਪਰ food, ਮੈਂ ਜਿਹੜੇ ਉੱਥੇ ਗਿਆ ਹਾਂ, but when I went there, ਯਿਸੂ ਮਸੀਹ ਮੇਰੇ ਨਾਲ ਆਏ, Lord Jesus ਯਿਸੂ came with ਮਸੀਹ ਮੇਰੇ me. ਨਾਲ ਆਏ, Lord Jesus came ਯਿਸੂ with ਮਸੀਹ me. ਮੇਰੇ ਨਾਲ ਆਏ। Jesus Christ came ਇਹਨੂੰ with ਮੈਂ me. ਕਹਿ ਸਕਦਾ ਹਾਂ I can say ਕਿ ਮੇਰੇ ਲਈ 25 ਤਰੀਕ ਸੀ। that it was ਮੈਂ 25th ਤੁਹਾਨੂੰ ਕੱਲ December. ਵੀ ਗੱਲ ਕਹੀ ਸੀ, I told you this thing ਯਿਸੂ ਮਸੀਹ yesterday. ਕਦੋਂ ਪੈਦਾ ਹੁੰਦੇ ਆ? When was Jesus 25 Christ? ਤਰੀਕ ਨੂੰ On 25th December? ਨਹੀਂ। No. ਸੰਨ 88 ਵਿੱਚ In 1988, ਜਿਹਨੇ ਮੈਂ ਯਿਸੂ ਮਸੀਹ ਨੂੰ ਕਬੂਲ ਕੀਤਾ, when I received Lord ਉਸ ਤੋਂ Jesus, ਬਾਅਦ ਮੈਂ ਚੱਲਿਆ ਪ੍ਰਭੂ ਨਾਲ, and then I walked with ਉਸ Lord, ਤੋਂ ਬਾਅਦ 89 ਦੇ ਵਿੱਚ and in 1989, ਪਵਿੱਤਰ ਆਤਮਾ ਉਤਰਿਆ ਮੇਰੇ ਤੇ। Holy Spirit descended ਯਿਸੂ upon ਮਸੀਹ me. ਕਿਵੇਂ ਜਨਮ ਲਿੱਤਾ? And how was Jesus ਜਿਵੇਂ born? ਮਰੀਮ ਦੇ ਅੰਦਰ ਯਿਸੂ ਮਸੀਹ ਪੈਦਾ ਹੋਏ ਪਵਿੱਤਰ ਆਤਮਾ ਦੇ ਵਸੀਲੇ ਨਾਲ, And when by the Holy ਤੇ Spirit, ਯਿਸੂ ਮੇਰੇ ਅੰਦਰ ਪੈਦਾ ਹੋਇਆ। and Jesus Christ was ਉਦੋਂ born, ਯਿਸੂ ਮਸੀਹ ਮੇਰੇ ਅੰਦਰ ਪੈਦਾ ਹੋਇਆ। and since then Jesus Christ ਅਸੀਂ ਤੋਂ ਪੈਦਾ ਹੋਏ। in 1988 ਅੱਜ ਤੱਕ ਉਹ ਮੇਰੇ ਨਾਲ ਆ। until ਇਹ today, ਮੇਰਾ ਆਨੰਦ ਆ। this is my ਇਹ ਮੇਰਾ pleasure. ਆਨੰਦ ਆ। This is my ਖਾਣਾ pleasure. ਚਾਹੇ ਮਿਲੇ ਤੇ ਚਾਹੇ ਨਾ ਮਿਲੇ, Whether I get food or ਯਿਸੂ don't, ਮਸੀਹ ਚਾਹੀਦਾ ਹੈ। but I want Jesus. ਖੁਦਾ ਦਾ ਪਿਆਰ ਚਾਹੀਦਾ ਹੈ। I want the love of ਉਹ Jesus. ਸ਼ੇਕ ਚਾਹੀਦਾ ਹੈ। I want His ਉਹ anointing. ਛੁਟਕਾਰਾ ਚਾਹੀਦਾ I ਹੈ। want His deliverance. ਉਹਦਾ ਆਨੰਦ ਦੀ ਭਰਪੂਰੀ ਚਾਹੀਦੀ ਹੈ। I want the abundance of His ਕਹਿ joy. ਸਕਦਾ ਹਾਂ I can say that ਮੇਰੇ ਲਈ 25 ਤਰੀਕ ਅੱਜ ਆ। it was 25th ਮੇਰੇ December ਲਈ for 25 me. ਤਰੀਕ ਕੱਲ ਨਹੀਂ ਸੀ। It wasn't 25 yesterday for ਤਰੀਕ ਕੱਲ ਨਹੀਂ me. ਸੀ ਮੇਰੇ ਲਈ। It wasn't yesterday ਮੇਰੀ for 25 me. ਤਰੀਕ 89 ਦੇ ਅੰਦਰ ਸੀ। But my 25th December was in ਆਤਮਾ me. ਮੇਰੇ ਤੋਂ ਉਤਰਿਆ। And then Holy Spirit descended ਯਿਸੂ upon me. ਮਸੀਹ ਨੇ ਮੇਰੇ ਅੰਦਰ ਜਨਮ ਲਿੱਤਾ। And when Jesus was born ਮੇਰੇ within ਲਈ me, ਉਹੀ 25 ਤਰੀਕ। that was 25th ਮੈਂ December ਤਾਂ for ਦੱਸਣਾ me. ਚਾਹੁੰਦਾ, I want to tell ਜਦ you, ਤੇਰੇ ਤੇ ਯਿਸੂ ਪੈਦਾ ਹੋਵੇ, and Jesus is ਤੇਰੇ born ਲਈ ਉਹ within ਦਿਨ me. 25 ਤਰੀਕ ਆ। And that is the day of ਮੈਂ ਅਸੀਂ Christmas. ਇਸ ਗੱਲ ਨੂੰ ਮੰਨਦੇ ਹਾਂ। And that is ਮੈਂ ਇਸ the, ਗੱਲ ਤੇ ਵਿਸ਼ਵਾਸ ਕਰਦਾ। this is what I believe. 25 ਤਰੀਕ ਕਿਹੜੀ 25 ਤਰੀਕ ਆ ਸਾਡੀ? Which is ਜਿਸ ਦਿਨ 25th. ਖੁਦਾ ਦਾ ਬੇਟਾ ਪਵਿੱਤਰ ਆਤਮਾ ਸਾਡੇ ਕੀ ਆਵੇਗਾ? ਅੰਦਰ ਆਵੇਗਾ। ਤੇ ਮੇਰੇ ਲਈ ਕੀ ਹੋਵੇਗੀ? ਬੋਲੋ ਮੇਰੇ ਲਈ ਕਿਹੜੀ ਤਰੀਕ ਹੋਵੇਗੀ? ਉਸ ਦਿਨ ਹੀ ਮੇਰੇ ਲਈ 25 ਤਰੀਕ ਆ। ਇਹ ਜਿਹੜੇ ਲੋਕ ਖਾਲੀ ਪਵਿੱਤਰ ਆਤਮਾ ਤੁਰੇ ਫਿਰਦੇ, ਉਹ ਵੀ ਕਹਿੰਦੇ 25 ਤਰੀਕ ਨਹੀਂ ਹੋਣਾ ਚਾਹੀਦਾ, ਤੂੰ ਤਾਂ ਫੋਕਟ ਚ ਤਾਂ ਖਾਲੀ ਆ, ਤੇਰੇ ਅੰਦਰ ਤਾਂ ਪੈਦਾ ਹੀ ਨਹੀਂ ਹੋਇਆ ਅੱਜ ਤੱਕ। ਜਿਹਦੇ ਅੰਦਰ ਪੈਦਾ ਹੋ ਗਿਆ, ਇੱਕ ਲਾਈਨ ਲਿਖੀ ਬਾਈਬਲ ਦੀ, ਪਤਾ ਕੀ ਲਿਖੀ? ਇਹਨੂੰ ਖਿਆਲ ਨਾਲ ਸੁਣੀਏ। ਮਰਕਜ਼ ਜੀਲ ਉਹਦਾ 16 ਚੈਪਟਰ ਸ਼ਾਇਦ 20 ਹੈ, ਤਾਂ ਲਾਸਟ ਆਇਤ ਪੜ੍ਹੀਏ। ਹੁਣ ਮਰਕਜ਼ 16 ਚੈਪਟਰ 20 ਆਈ। Mark chapter 16, verse 20. ਹਾਂ ਪੜ੍ਹੀਏ, ਦੇਖੀਏ ਕੀ ਲਿਖਿਆ। ਅਤੇ ਉਹਨਾਂ ਨੇ ਬਾਹਰ ਜਾ ਕੇ ਹਰ ਥਾਂ ਪ੍ਰਚਾਰ ਕੀਤਾ। ਸੁਣੀਏ, ਯਿਸੂ ਮਸੀਹ ਨੇ ਕਿਹਾ ਜੋ ਤੌਬਾ ਕਰਕੇ ਪਾਣੀ ਦਾ ਬਪਤਿਸਮਾ ਲਵੇ। ਇਹ ਕਿੰਨੀ ਆਇਤ ਹੈ? 14 ਕਿ 15 ਆਇਤ ਹੈ? ਇਹ 16 ਦੀ? 16 ਦੀ ਵੀ। ਨੋ ਨੋ ਇਹਦੀ 15 ਆਇਤ ਤੋਂ ਦੇਖੋ। ਫਿਰ ਯਿਸੂ ਮਸੀਹ ਨੇ ਕਿਹਾ ਕੀ ਕਿਹਾ? ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਇਹ ਕਰੋ। ਚੇਲਿਆਂ ਨੂੰ ਕਿਹਾ ਪ੍ਰਚਾਰ ਕਰੋ। ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ, ਜਿਹੜਾ ਵਿਸ਼ਵਾਸ ਕਰਕੇ ਬਪਤਿਸਮਾ ਲਵੇ, ਉਹ ਬਚਾਇਆ ਜਾਵੇਗਾ। ਉਹ ਬਚਾਇਆ ਜਾਏਗਾ। ਪਰ ਜਿਹੜਾ ਪ੍ਰਤੀਤ ਨਾ ਕਰੇ, ਜਿਹੜਾ ਗੋਭੀ ਖਾ ਕੇ ਚਲਾ ਗਿਆ, ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਿਹੜਾ ਪਨੀਰ ਖਾ ਜਾਵੇਗਾ। ਕੇ ਗਿਆ, ਇਹਦਾ ਲਿਖਣਾ ਤੁਸੀਂ, ਜਿਹੜਾ ਮਟਨ ਖਾ ਕੇ ਗਿਆ ਅੱਜ ਦੂਸਰੇ ਚਰਚ ਵਿੱਚੋਂ, ਜਿਹਨੇ ਦਹੀਂ ਦੀ ਕਟੋਰੀ ਪੜ ਕੇ ਪੀਤੀ, ਹਾਂਜੀ, ਜਿਹਨੇ ਬਹੁਤ ਸਾਰਾ ਸਲਾਦ ਖਾਦਾ, ਜਿਹਨੇ ਹਲਵਾ ਖਾਦਾ, उसी का उद्धार होगा। इधर नहीं किया? बोलो की लिखिया? पाड़ी फेर द्वारा की लिखिया? सुनिए ख्याल ना, चर्चा दे कल 25 तरीक मनाएगी। बहुत लोगों चे बहुत बहुत कुछ होया। यीशु मसीह गया ना, सवाल पैदा होंदा, यीशु मसीह नाल आया घर तुहाडे वापस चले आए। कहानी इत्थे मुकदी है। ये बाइबल दी तलीम आ। तुहानूं पता मैं तो किते बाइबल कॉलेज नहीं गया, कॉलेज नहीं किते भी अटेंड किया मैं, लेकिन मैं प्रभु का शुक्र करदा, यीशु मसीह अंदर आ गया, उन्हें सारा कुछ ही करता। जब मेरा पवित्र आत्मा तुहाडे अंदर आवेगा ते तुहानूं आउण वालीआं सारियां गल्लां की करेगा? बोलो की करेगा? जे होएगा यीशु अंदर ते सिखावेगा। यीशु मसीह अंदर आ, इसे करके मैनूं बाइबल आ गई, मैनूं बाइबल प्रीच करनी आ गई। मैं तरीका सिखाता मेरे खुदा ने। हाँ जी सुनिए, तरीका आ गया। जे खुदा अंदर आ तो तुसी अत दलेरी ना उहदे मैसेज, पता क्यों? अंदर आ, तेरे अंदर पैदा हो गया, वो तेरे अंदर। और क्या लिखा? फिर पढ़ी की लिखा? ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ, नेचा करे अते बपतिस्मा लवे, ਉਹ ਬਚਾਇਆ ਜਾਵੇਗਾ। वो बचाया जाएगा। और
ਪਰ ਜਿਹੜਾ ਪ੍ਰਤੀਤ ਨਾ ਕਰੇ ਜਿਹੜਾ ਵਿਸ਼ਵਾਸ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਉੱਤੇ ਕੀਤਾ ਸਜ਼ਾ ਦਾ ਜਾਵੇਗਾ ਹੁਕਮ ਕੀਤਾ ਜਾਏਗਾ। ਔਰ ਅਤੇ ਨੇਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ। ਇਹ ਬਹੁਤ ਅੱਛੀ ਗੱਲ ਲਿਖੀ ਯਿਸੂ ਮਸੀਹ ਜੀ ਨੇ ਕਹੀ, ਜੇ ਅੰਦਰ ਹੋ ਗਿਆ ਯਿਸੂ ਮਸੀਹ ਆ ਗਏ ਤੇ ਤੇਰੇ ਅੰਦਰ ਨਿਸ਼ਾਨ ਕੀ ਹੋਣਗੇ? ਕੀ ਨਿਸ਼ਾਨ ਹੋਣਗੇ? ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ। ਇਹ ਗੱਲ ਤੇ ਮੈਂ ਵਿਲੀਅਮ ਬਰਾਮ ਦੇ ਬੰਦਿਆਂ ਨੂੰ ਕਹੀ, ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ। ਤੇਰਾ ਬਸਮਾ, ਮੇਰਾ ਤਾਂ ਬਸਮਾ ਠੀਕ ਨਹੀਂ ਹੈ ਤੇ ਮੈਂ ਤਾਂ ਵੀ ਕੱਢੂੰਗਾ। ਤੇਰਾ ਤਾਂ ਠੀਕ ਆ, ਤੂੰ ਤਾਂ ਵੀ ਨਹੀਂ ਕਰ ਸਕਦਾ। ਤੇਰਾ ਬਸਮਾ ਠੀਕ ਆ ਤਾਂ ਵੀ ਤੂੰ ਕਿਸੇ ਰੋਗੀ ਨੂੰ ਚੈਲੰਜ ਨਹੀਂ ਕਰ ਸਕਦਾ। ਇਹ ਗੱਲ ਤੁਹਾਨੂੰ ਬਾਈਬਲ ਸਿੱਖਣੀ ਪੈਗੀ ਜਵਾਬ ਦੇਣ ਲੋਕਾਂ ਨੂੰ। ਔਰ ਕੀ ਲਿਖਿਆ? ਉਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ ਔਰ ਉਹ ਸੱਪਾਂ ਨੂੰ ਚੁੱਕ ਲੈਣਗੇ। ਹਾਂ। ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਵੀ ਪੀ ਲੈਣ ਤਾਂ ਉਹਨਾਂ ਦਾ ਕੁਝ ਨਹੀਂ ਵਿਚਲੇਗਾ। ਔਰ ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋਣਗੇ। ਇਹ ਕੁਆਲਿਟੀਆਂ ਜਿਹਦੇ ਅੰਦਰ ਯਿਸੂ ਪੈਦਾ ਹੋਇਆ, ਜਿਹਦੇ ਅੰਦਰ ਦਾ ਬੇਟਾ ਯਿਸੂ ਮਸੀਹ ਆ ਗਿਆ, ਉਹਦੇ ਅੰਦਰ ਇਹ ਸਾਰੀਆਂ ਗੱਲਾਂ ਹੋਣਗੀਆਂ। ਔਰ ਕੀ ਲਿਖਿਆ? ਫਿਰ ਪ੍ਰਭੂ ਯਿਸੂ ਜਾਂ ਉਹਨਾਂ ਨਾਲ ਵਚਨ ਕਰ ਹਟਿਆ, ਜਦ ਪ੍ਰਭੂ ਯਿਸੂ ਮਸੀਹ ਜੀ ਉਹਨਾਂ ਨਾਲ ਵਚਨ ਕਰ ਹਟੇ, ਆਕਾਸ਼ ਉੱਤੇ ਉਠਾ ਲਿਆ ਗਿਆ ਆਕਾਸ਼ ਉੱਤੇ ਉਠਾ ਲਿੱਤੇ ਗਏ ਅਤੇ ਪਰਮੇਸ਼ਰ ਦੇ ਸੱਜੇ ਹੱਥ ਜਾ ਬੈਠਾ। ਔਰ ਅਤੇ ਉਹਨਾਂ ਨੇ ਬਾਹਰ ਜਾ ਕੇ ਹਰ ਥਾਂ ਪ੍ਰਚਾਰ ਕੀਤਾ। ਉਹਦੇ ਚੇਲਿਆਂ ਨੇ ਹਰ ਥਾਂ ਜਾ ਕੇ ਕੀ ਕੀਤਾ? ਪ੍ਰਚਾਰ ਕੀਤਾ। ਔਰ ਫਿਰ ਕੀ ਕੀਤਾ? ਅਤੇ ਪ੍ਰਭੂ ਉਹਨਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਔਰ ਜਿਹਦੇ ਵਚਨ ਅੰਦਰ ਉਹ ਪੈਦਾ ਹੋ ਗਿਆ, ਪਵਿੱਤਰ ਆਤਮਾ ਆ ਗਿਆ, ਉਹਨਾਂ ਦੇ ਨਾਲ ਉਹ ਕੀ ਕਰ ਰਿਹਾ ਸੀ? ਉਹ ਕੰਮ ਕਰਦਾ ਸੀ। ਕੰਮ ਕਰ ਰਿਹਾ ਸੀ। ਸਨ 88 ਤੋਂ ਲੈ ਕੇ ਅੱਜ ਤੱਕ ਉਹ ਕੰਮ ਕਰ ਰਿਹਾ। ਅੱਜ ਤੱਕ ਪ੍ਰਭੂ ਯਿਸੂ ਮਸੀਹ ਕੰਮ ਕਰ ਰਹੇ ਨੇ। ਇਹ ਚਿੰਨ੍ਹ ਆ। ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਪਿਛਲੇ ਦਿਨਾਂ 'ਚ ਬਹੁਤ ਕੁਝ ਹੋ ਗਿਆ। ਬੜੇ ਲੋਕਾਂ ਨੇ 25 ਤਰੀਕ ਨੂੰ ਬਹੁਤ ਠੀਕ ਆ ਇੰਜੋਏ ਆ, ਸਾਡਾ ਦਿਨ ਆ, ਮਨਾ ਲਿਆ। ਮੂਰਤੀ ਪੂਜਕ ਨਹੀਂ ਕੀਤੀ। ਮੂਰਤੀ ਪੂਜਾ ਉਹਨੂੰ ਕਹਿੰਦੇ ਹਨ ਜਿਹਦੇ ਅੱਗੇ ਝੁਕ ਜਾਈਏ, ਤਸਵੀਰ ਦੇ, ਮਰੀ ਹੋਈ ਜ਼ਿੰਦਗੀ ਅੰਦਰ ਜਿਉਂਦੇ ਗੇ ਨਹੀਂ। ਮੈਂ ਬਹੁਤ ਲੋਕਾਂ ਨੇ ਵੀ ਸੁਣਿਆ, ਬਹੁਤੇ ਆਪਣਾ ਫੱਕੀ ਫਰੀਸੀ ਪਾਸਟਰ ਨੇ, ਇਹ ਕਹਿੰਦੇ ਤੁਸੀਂ ਉਹਨਾਂ ਦੇ ਪੈਰੀ ਹੱਥ ਲਾਤਾ, ਇਹ ਤਾਂ ਮੂਰਤੀ ਪੂਜਾ ਆ। ਮੂਰਤੀ ਪੂਜਾ ਪਤਾ ਕਿਹਨੂੰ? ਤਾਂ ਮੂਰਤੀ ਜਿਹੜੀ ਨਜ 'ਚ ਸਵਾਸ ਨਾ ਹੋਣ, ਬੋਲ ਨਾ ਸਕੇ, ਉਹਨੂੰ ਕਹਿੰਦੇ ਮੂਰਤੀ ਪੂਜਾ। ਜਿਹੜਾ ਜਿਉਂਦਾ ਉਹ ਮੂਰਤੀ ਨਹੀਂ ਆ। ਮੈਂ ਬਹੁਤੇ ਬਜ਼ੁਰਗਾਂ ਦੇ ਪੈਰੀ ਹੱਥ ਲਾ ਦੇਦਾ, ਕਿਉਂਕਿ ਬਾਈਬਲ 'ਚ ਲਿਖਿਆ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਬੋਲੋ ਕੀ ਮਿਲਦੀ ਹੈ? ਬੋਲੋ ਕੀ ਮਿਲਦੀ ਹੈ? ਬਰਕਤ ਮਿਲਦੀ ਹੈ। ਉਹ ਜੇ ਕਹਿਣਗੇ ਨਾ ਕੋਈ ਬਜ਼ੁਰਗ ਆਦਮੀ, ਭਾਵੇਂ ਉਹ ਖੁਦਾ ਨਾਲ ਚੱਲਦਾ ਨਹੀਂ ਚੱਲਦਾ, ਉਹ ਕਹਿੰਦਾ ਬੇਟਾ ਤੇਰੀ ਉਮਰ ਲੰਮੀ ਹੋਵੇ, ਮੈਂ ਜੇ ਰਿਸੀਵ ਕਰੂੰਗਾ ਤੇਰੀ ਉਮਰ ਲੰਮੀ ਹੋ ਜਾਏਗੀ। ਜੇ ਉਹ ਕਹਿੰਦਾ ਨਾ ਪੁੱਤਰ ਤੂੰ ਤੰਦਰੁਸਤ ਰਵੇਂ, ਬਜ਼ੁਰਗ ਆਦਮੀ ਹੋਏਗਾ। ਇਸ ਕਰਕੇ ਇਹ ਵੀ ਲੋਕਾਂ ਨੂੰ ਇੱਕ ਬੜਾ ਭੁਲੇਖਾ ਕਿ ਤੁਸੀਂ ਮੂਰਤੀ ਪੂਜਾ ਕਰਦੇ ਹੋ। ਤੇਰੀਆਂ ਅੱਖਾਂ ਅੰਦਰਲੀਆਂ ਖੁਦਾ ਖੋਲ ਦੇਵੇ ਕਿਤੇ, ਤੂੰ ਜਾਣ ਸਕੇ ਮੂਰਤੀ ਪੂਜਾ ਹੈ ਕੀ ਹੈ। ਬੇਜਾਨ ਚੀਜ਼ਾਂ ਦੀ ਪੂਜਾ ਕਰਨੀ ਮੂਰਤੀ ਪੂਜਾ ਹੈ। ਜਿੱਥੇ ਸਾਥ ਮੈਂ ਸਮਝਾਉਣਾ, ਇਹ ਉਹਨਾਂ ਨਾਲ ਕੀ ਕਰਦੇ ਰਹੇ? ਲਗਾਤਾਰ ਪ੍ਰਭੂ ਯਿਸੂ ਮਸੀਹ ਚਿੰਨ੍ਹ ਦਿੰਦੇ ਰਹੇ ਕਿ ਮੈਂ ਤੁਹਾਡੇ ਕੀ ਹਾਂ। ਇਸ ਗੱਲ ਦਾ ਅੱਜ ਤੱਕ ਮੇਰਾ ਚੈਲੰਜ ਆ। ਮੈਂ ਬਹੁਤ ਜਗ੍ਹਾ ਗਿਆ, ਬਹੁਤ ਜਗ੍ਹਾ ਯਿਸੂ ਮਸੀਹ ਨੇ ਬਹੁਤਿਆਂ ਲੋਕਾਂ ਨੂੰ ਆਪਣੇ ਕੰਮਾਂ ਨੂੰ ਮੇਰੇ ਵਿੱਚੋਂ ਹੋ ਕੇ ਪ੍ਰਗਟ ਕੀਤਾ। ਪਤਾ ਕਿਉਂ ਕੀਤਾ? ਕਿ ਮੈਂ ਤੇਰੇ ਕੀ ਹਾਂ ਨਾਲ। ਦੂਸਰੀ ਗੱਲ, ਪਰਮੇਸ਼ਰ ਨੇ ਇੱਕ ਬਿਨਾਂ ਵਾਚਾ ਬਣੀ ਸੀ। ਉਹ ਚਾਹੇ ਮੇਰੇ 'ਚ 1000 ਗਲਤੀਆਂ ਹੋਣ, ਲੇਕਿਨ ਖੁਦਾ ਬੰਦਾ ਆਪਣੇ ਵਚਨ ਦਾ ਪੱਕਾ, ਉਸ ਵਚਨ ਨੂੰ ਪੂਰਾ ਕਰ ਰਿਹਾ ਪਰਮੇਸ਼ਰ, ਜਿਹੜਾ ਉਹਨੇ ਮੈਨੂੰ ਨੇਮ ਬੰਨਿਆ ਸੀ ਕਿ ਜੇ ਤੂੰ ਮੇਰੀ ਸੇਵਾ ਕਰੇਂਗਾ ਤੇ ਜਿੱਥੇ ਜਿੱਥੇ ਜਾਏਂਗੇ, ਗੱਲ ਮੈਨੂੰ ਪ੍ਰਭੂ ਨੇ ਕਹੀ ਸੀ ਦੁਕਾਨ ਦੇ ਉੱਤੇ, ਮੈਂ ਤੇਰੇ ਨਾਲ ਹੋਊਂਗਾ। ਬਸ ਉਸ ਵਚਨ ਨੂੰ ਮੈਂ ਲਿੱਤਾ ਹੋਇਆ, ਉਹਦਾ ਮੈਨੂੰ ਖੁਦਾ ਨੇ ਕਿਹਾ ਸੀ, ਉਹ ਗੱਲ ਦੇ ਮੁਤਾਬਕ ਮੈਂ ਅੱਜ ਤੱਕ ਚੱਲ ਰਿਹਾ। ਅਤੇ ਇਸੇ ਅੰਦਰ ਮੇਰੇ ਅੰਦਰ ਕਦੀ ਸ਼ੱਕ ਨਹੀਂ ਆਉਂਦਾ ਮੈਂ ਕਿਸੇ ਲਈ ਦੁਆ ਕਰਾਂ, ਮੈਨੂੰ ਡਾਊਟ ਵੀ ਨਹੀਂ ਹੁੰਦਾ। ਮਸੀਹ ਵਿੱਚ ਮੇਰੇ ਭੈਣ ਭਰਾਓ, ਬਾਈਬਲ ਪੜ੍ਹਨੀ ਜ਼ਰੂਰੀ ਆ। ਬਾਈਬਲ ਸਿੱਖੋਗੇ ਤੇ ਯਿਸੂ ਮਸੀਹ ਕਿੱਥੇ ਕਰਕੇ ਆਉਣਾ? ਲੈ ਕੇ ਜਾਣਾ ਨਾਲ। ਜਦ ਬੰਦਗੀ 'ਤੇ ਆਏ ਆ, ਜੇ ਤੁਸੀਂ ਮਹਿਸੂਸ ਕਰਦੇ ਯਿਸੂ ਮੇਰੇ ਨਾਲ ਹੀ ਆਇਆ, ਤੇ ਫਿਰ ਛੱਡ ਕੇ ਨਾ ਜਾਈਂ, ਲੇਬਰ ਕਰਾਈਸਟ ਚਰਚ ਨਾਲ ਹੀ ਲੈ ਕੇ ਜਾਈਂ। ਇੱਕ ਭੈਣ ਜੀ ਦਾ ਇੱਥੇ ਹਾਰ ਗਿਰ ਗਿਆ, 2 ਤੋਲੇ ਦਾ ਡਿੱਗ ਗਿਆ। ਮੈਂ ਉਹਨੂੰ ਰੱਬ ਦਾ, ਪਰਮੇਸ਼ਰ ਦਾ ਧੰਨਵਾਦ ਆ ਕਿ ਮੈਨੂੰ ਉਹ ਮਿਲ ਗਿਆ।
ਮਿਲਿਆ ਆ। ਮਿਲ ਗਿਆ ਮੈਨੂੰ 2 ਤੋਲੇ ਦਾ ਹਾਰ, ਤੇ ਕਿਤੇ ਹਾਪੜਾ ਤਾਪੜੀ ਉਹਨੂੰ ਪਈ ਹੀ ਚਲੀ ਗਈ ਘਰ। ਜਿਹੜੇ ਪਤਾ ਲੱਗਾ ਹਾਰ ਨਹੀਂ ਮਿਲਦਾ, ਨਾ ਉਹਨੂੰ ਕੋਈ ਦਿਖੇ। ਆਹੋ ਆਪਣਾ ਤਬੜੀ। ਜੇ ਮੰਮੀ ਆਈ, ਮੰਮੀ ਹਟ ਅੱਗੇ ਪਿੱਛੇ ਹਟ, ਭੈਣ ਹਟ ਜਾ ਪਿੱਛੇ। ਉਹਨੇ ਹਾਰ ਤੇ ਉਹਦਾ ਹਾਰ ਮੈਂ ਰੱਖ ਲਿਆ। ਸ਼ਾਮ ਨੂੰ ਆਈ, ਕਹਿੰਦੀ ਪਾਰੀ ਸਾਹਿਬ ਇੱਦਾਂ ਦਾ ਹੋਈ ਆ। ਮੈਂ ਕਿਹਾ ਕੋਈ ਨਹੀਂ, ਚਲੋ ਜੇ ਤੇਰਾ ਹੋਊਗਾ ਤਾਂ ਮਿਲ ਜਾਊਗਾ। ਬਹੁਤ ਅਪਸੈਟ, ਬਹੁਤ ਪਰੇਸ਼ਾਨ। ਜੇ ਉਹਦੀ ਬਾਈਬਲ ਰਹਿ ਜਾਂਦੀ ਨਾ ਇੱਥੇ ਤਾਂ ਫਿਰ ਆਉਣਾ ਸੀ ਉਹਨੇ। ਹਾਂ ਪਤਾ ਤੁਹਾਨੂੰ ਸਾਰਾ ਹੀ ਆ, ਬਾਈਬਲ ਰਹਿ ਜੇ ਫੇਰ ਨਹੀਂ ਆਉਣਾ। ਤੇਰਾ ਯਸੂ ਰਹਿ ਜਾਵੇ ਇੱਥੇ ਤਾਂ ਵੀ ਨਹੀਂ ਆਉਣਾ। ਜਿਵੇਂ ਉਹਦੇ ਮਾਂ ਬਾਪ ਦਾ ਰਹਿ ਗਿਆ ਤੇ ਨਹੀਂ ਆਏ, ਯਸੂ ਸੀ ਵੀ ਛੱਡ ਜਾਓ, ਕੋਈ ਪਰਵਾਹ ਨਹੀਂ। ਪਰ 2 ਤੋਲੇ ਦਾ ਹਾਰ ਮੈਂ ਕਹਿੰਦਾ ਮੇਰੇ ਹੱਥ ਲੱਗ ਗਿਆ। ਜੇ ਕਿਤੇ ਇਹਦੇ ਵਿੱਚੋਂ ਲੱਗ ਜਾਂਦਾ, ਕਿਉਂਕਿ ਪਾਕਰੂ ਪਾਏ ਦੇ ਅੰਦਰ ਵੀ ਕਈ ਮਨ 'ਚ ਆ ਜਾਂਦਾ। ਮੈਨੂੰ ਜਿਹੜੇ ਹਾਰ ਦਿੱਤਾ ਤੇ ਉਹਦੇ ਰੌਣਕ ਆ ਗਈ। ਮੈਂ ਕਹਿੰਦਾ ਇਹ ਰੌਣਕ ਕੁਛ ਵੀ ਨਹੀਂ ਹੈ ਜੇ ਤੇਰੇ ਤੇ ਪਾਕਰੂ ਉਤਰਾਵੇ ਨਾ, ਤੇ 2 ਤੋਲੇ ਦਾ ਹਾਰ ਕੁਛ ਵੀ ਨਹੀਂ ਉਹਦੇ ਸਾਹਮਣੇ, ਕੁਛ ਵੀ ਨਹੀਂ। ਇਹ ਮੈਂ ਤੁਹਾਨੂੰ ਚੈਲੰਜ ਨਾ ਕਰਨਾ, ਕੁਛ ਵੀ ਨਹੀਂ। ਕੋਸ਼ਿਸ਼ ਕਰਨੀ ਹੈ, ਰੋਜ਼ ਦੁਆ ਕਰਨੀ ਕਿ ਪਵਿੱਤਰ ਆਤਮਾ ਦੇ ਵਸੀਲੇ ਯਿਸੂ ਸੀ ਸਾਡੇ ਅੰਦਰ ਕੀ ਹੁੰਦੇ ਆ। ਜਿਵੇਂ ਮਰੀਅਮ ਦੇ ਅੰਦਰ ਯਿਸੂ ਪੈਦਾ ਹੋਇਆ ਪਵਿੱਤਰ ਆਤਮਾ ਦੇ ਦੁਆਰਾ, ਅੱਜ ਵੀ ਪਵਿੱਤਰ ਆਤਮਾ ਦੇ ਦੁਆਰਾ ਹੀ ਯਿਸੂ ਸਾਡੇ ਅੰਦਰ ਕੀ ਹੁੰਦੇ ਆ। ਮੇਰੀ ਤਾਂ ਗੱਲ ਸਮਝ ਗਏ? ਉਹਦਾ ਜਿਹੜਾ ਪ੍ਰਚਾਰ ਕੀਤਾ ਸਮਝ ਗਏ? ਤੇ ਸਾਨੂੰ ਕੀ ਕਰਨਾ ਹੈ? ਹਾਲੇ ਕਿੱਥੇ ਸਮਝੇ ਲੱਗਦਾ, ਹਾਲੇ ਲੱਗਦਾ ਸਮਝੇ ਹੀ ਨਹੀਂ। ਉਹੀ ਪਾਸਟਰ ਜੀ ਇੱਕ ਦਿਨ ਕਹਿੰਦੇ ਬਿਮਾਰਾਂ ਨੇ ਗਵਾਹੀਆਂ ਦਿੱਤੀਆਂ ਤੇ ਦੁਆ ਕੀਤੀ ਤੇ ਕਿੰਨੇ ਬਿਮਾਰ ਚੰਗੇ ਹੋ ਗਏ। ਤੇ ਪਾਰੀ ਸਾਹਿਬ ਨੇ ਪੁੱਛਿਆ ਧਾਰੀਵਾਲ ਵਾਲੇ ਨੇ, ਕਿਤੇ ਨੇ ਯਸੂ ਨੂੰ ਵੇਖਿਆ? ਕੋਈ ਹੱਥ ਹੀ ਨਾ ਖੜਾ ਕਰੇ। ਫਿਰ ਪੁੱਛਿਆ ਚਰਚ ਨੂੰ, ਯਸੂ ਮਸੀਹ ਨੂੰ ਤੁਸੀਂ ਵੇਖਿਆ? ਕੋਈ ਹੱਥ ਹੀ ਨਾ ਖੜਾ ਕਰੇ। ਤੇ ਕਹਿੰਦੇ ਫਿਰ ਹਾਂ ਕੌਣ ਕਰ ਗਿਆ? ਜੇ ਯਿਸੂ ਮਸੀਹ ਸੀ ਇੱਥੇ ਤੇ ਹੋਇਆ। ਕਈ ਵਾਰੀ ਸਾਨੂੰ ਪਤਾ ਨਹੀਂ ਚੱਲਦਾ। ਮੈਂ ਕੀ ਜਵਾਬ ਦੇਵਾਂ? ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪਵਿੱਤਰ ਆਤਮਾ ਨੂੰ ਸਦਾ ਆਪਣੇ ਕੀ ਰੱਖਣਾ ਹੈ। ਤੇ ਯਿਸੂ ਮਸੀਹ ਕੌਣ? ਬੋਲੋ ਕੌਣ? ਪਵਿੱਤਰ ਆਤਮਾ ਹੀ ਯਿਸੂ ਮਸੀਹ ਆ। ਜੇ ਤੁਹਾਡੇ ਅੰਦਰ ਰਹਿੰਦਾ ਆ, ਰਹੇਗਾ। ਤੁਹਾਨੂੰ ਪਤਾ ਇੱਕ ਗੱਲ ਹੋਰ ਸੁਣੀ ਖਿਆਲ ਨਾਲ, ਕਈ ਬੱਚੇ ਇੱਦਾਂ ਦੇ ਝਿੜਕਦੀ ਹੈ ਨਾ, ਬਾਰ-ਬਾਰ ਝਿੜਕੋ, ਉਹ ਡਰਦਾ ਤੁਹਾਡੇ ਕੋਲ ਆਊਗਾ ਨਹੀਂ। ਇਹਦਾ ਵੈਨਹੀ ਨੇ ਆਪਣੀ ਪੁਸਤਕ 'ਚ ਲਿਖਿਆ ਗੁੱਡ ਮਾਰਨਿੰਗ ਹੋਲੀ ਸਪਿਰਿਟ ਦੇ ਵਿੱਚ, ਆਏਗਾ ਨਹੀਂ। ਪੁੱਤਰ ਆਤਮਾ ਪਤਾ ਕੀ ਆ, ਚਲਾ ਜਾਏਗਾ, ਚਲਾ ਜਾਏਗਾ। ਤੁਹਾਡੀਆਂ ਹਰਤਾਂ ਦੇਖ ਕੇ ਆਏਗਾ ਨਹੀਂ। ਇਹਦੇ ਛੋਟਾ ਬੱਚਾ ਵੀ ਕਈ ਤੁਹਾਡੇ ਤੋਂ ਹਟ ਜਾਂਦਾ, ਫਿਰ ਆਉਂਦਾ ਨਹੀਂ। ਪਵਿੱਤਰ ਆਤਮਾ ਦਾ ਸੁਭਾਅ ਬਾਈਬਲ ਕਹਿੰਦੀ, ਉਹਨੇ ਇੱਦਾਂ ਲਿਖਿਆ ਵੈਨਹੀ ਨੇ ਆਪਣੀ ਪੁਸਤਕ 'ਚ, ਕਹਿੰਦੇ ਛੋਟੇ ਬੱਚੇ ਵਰਗਾ ਆ, ਬਹੁਤ ਨਮਰ ਆ। ਇੱਕ ਵਾਰੀ ਵੈਨਹੀ ਨੂੰ ਨੇ ਕਿਹਾ ਨਾ ਫੜ ਕੇ, ਕਹਿੰਦੇ ਥੋੜ੍ਹੀ ਦੇਰ ਰੁਕ ਜਾਓ। ਵੈਨਹੀ ਨੂੰ ਕਹਿੰਦਾ ਇਹ ਗੱਲ ਮੈਨੂੰ ਬਹੁਤ ਅੱਛੀ ਲੱਗੀ। ਬਹੁਤ ਲੰਬਾ ਸਮਾਂ ਦੁਆ ਕਰਦੇ ਨਾ, 8-8 ਘੰਟੇ ਉਹਨਾਂ ਦੇ ਕਮਰੇ 'ਚ ਆ ਜਾਂਦੇ ਆ ਪੁੱਤਰ ਆਤਮਾ, ਹੈ ਨਾ, ਆ ਜਾਣਗੇ। ਜਦੋਂ ਤੁਸੀਂ ਆਪਣੇ ਕਮਰੇ 'ਚ ਬੜੀ ਨਮਰਤਾ ਤੇ ਪ੍ਰੇ ਕਰੋਗੇ ਨਾ, ਪਵਿੱਤਰ ਆਤਮਾ ਆਏਗਾ, ਕਹੇਗਾ ਮੇਰੀ ਬੇਟੀ ਦੱਸ ਮੈਂ ਤੇਰੇ ਲਈ ਕੀ ਕਰਾਂ। ਮੈਂ ਬਹੁਤ ਵਾਰੀ ਆਵਾਜ਼ ਸੁਣੀ ਆ, ਮੈਂ ਬਹੁਤ ਵਾਰੀ ਰੋਇਆ ਉਹਦੇ ਅੱਗੇ। ਜਦੋਂ ਮੈਂ ਸ਼ੌਕਤ ਹੋ ਜਾਣਾ, ਮੈਂ ਬਹੁਤ ਵਾਰੀ ਉੱਪਰ ਕਮਰੇ 'ਚ ਜਾ ਕੇ ਕਿੰਨੀ ਵਾਰੀ ਦੁਆ ਕੀਤੀ ਆ। ਮੇਰੀ ਅੱਖਾਂ ਤੋਂ ਅਥਰੂ ਡਿੱਗਦੇ ਹਨ। ਫਿਰ ਇੱਕ ਅਜੀਬ ਜੀ ਮੈਂ ਸ਼ਾਂਤੀ ਆਪਣੇ ਅੰਦਰ ਦੇਖ ਲੈਂਦਾ। ਮੈਂ ਵੀ ਕਦੀ ਪਰੇਸ਼ਾਨ ਹੋਣਾ, ਮੈਂ ਦੱਸਦਾ ਨਹੀਂ ਹਾਂ, ਲੇਕਿਨ ਮੇਰੇ ਅਥਰੂ ਪਰਮੇਸ਼ਰ ਦੀ ਉਪਸਥਿਤੀ ਨੂੰ ਮੇਰੇ ਅੰਦਰ ਭੇਜਦੇ ਆ। ਫਿਰ ਮੈਨੂੰ ਆਰਾਮ ਆਉਂਦਾ। ਪੁੱਤਰ ਆਤਮਾ ਨੂੰ ਮੈਂ ਬੇਨਤੀ ਕਰਦਾ, ਮੈਨੂੰ ਸ਼ਾਂਤ ਕਰ। ਕੁਝ ਸਮੇਂ ਬਾਅਦ ਮੈਨੂੰ ਹਲਕਾ ਜਿਹਾ ਮਹਿਸੂਸ ਹੁੰਦਾ। ਮੇਰੇ ਭੈਣ ਭਰਾਓ, ਮੈਂ ਤਾਂ ਸੁਣਿਆ ਕਿ ਭੁਲੇਖੇ 'ਚ ਨਾ ਰਹੋ। ਪਵਿੱਤਰ ਆਤਮਾ ਹੀ ਯਿਸੂ ਮਸੀਹ ਆ, ਔਰ ਦੂਸਰਾ ਕੋਈ ਨਹੀਂ। ਜਿਹੜੇ ਉਹ ਅੰਦਰ ਰਹਿਣਗੇ, ਤੁਹਾਡੇ ਅੰਦਰ ਅਜੀਬ ਕੰਮ ਤੁਸੀਂ ਦੇਖੋਗੇ। ਆਵਾਜ਼ ਆਏਗੀ ਲਗਾਤਾਰ, ਜੇ ਅੰਦਰ ਆ ਤਾਂ ਸੁਣੋਗੇ ਆਵਾਜ਼, ਡੇਲੀ ਸੁਣ ਸਕਦੇ ਹੋ। ਇਹ ਤੁਹਾਡੇ ਰਿਸ਼ਤੇ ਦੇ ਨਾਲ ਆ। ਇਸ ਕਰਕੇ ਯਿਸੂ ਮਸੀਹ ਨੂੰ ਛੱਡ ਕੇ ਨਹੀਂ, ਬਲਕਿ ਕੀ ਕਰਨਾ, ਔਖਾ ਬੰਦ ਕਰਾਂਗੇ, ਦੁਆ ਕਰਾਂਗੇ।